ਕਿਸਾਨ ਵੀਰੋ ਤੇ ਭੈਣੋ, ਜੈ ਹਿੰਦ। ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਮਾਹਰਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਦੇ ਰਹਿੰਦੇ ਹਾਂ। ਮਿੱਠਾ ਸਿੰਘ ਜੀ, ਜੈ ਹਿੰਦ। ਹਾਏ 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 ਹਾਏ, ਬੱਲੇ ਬੱਲੇ ਬੱਲੇ, ਸੂਬੇਦਾਰ ਸਾਹਿਬ ਆ ਜਾਓ। ਜੈ ਹਿੰਦ ਜੀ, ਜੈ ਹਿੰਦ। ਬੈਠੋ ਬੈਠੋ ਬੈਠੋ। ਲੈ ਲੈ ਆਜੋ ਡਾਕਟਰ ਸਾਹਿਬ, ਆਜੋ। ਬੱਲੇ, ਡਾਕਟਰ ਸਾਹਿਬ ਵੀ ਨਾਲ ਹੀ ਆਏ ਆ। ਹਾਂ ਜੀ, ਮਿੱਠਾ ਸਿੰਘ ਜੀ, ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਜੈ ਹਿੰਦ ਜੀ, ਜੈ ਹਿੰਦ। ਬੈਠੋ ਬੈਠੋ ਡਾਕਟਰ ਸਾਹਿਬ ਲੰਘ ਰਹੇ ਸੀਗੇ। ਅੱਛਾ। ਮੈਂ ਕਿਹਾ ਨਾਲ ਲੈ ਚੱਲਦੇ ਆ, ਕੋਈ ਕੰਮ ਦੀਆਂ ਗੱਲਾਂ ਸੁਣਾਂਗੇ। ਹਾਂ ਬਿਲਕੁਲ ਜੀ, ਬਿਲਕੁਲ। ਬੈਠੋ ਡਾਕਟਰ ਸਾਹਿਬ, ਬੈਠੋ। ਬੈਠੋ ਜੀ। ਹਾਂ, ਇਹ ਆਪਣਾ ਸੂਬੇਦਾਰ ਸਾਹਿਬ ਜ਼ਰਾਇਤੀ ਯੂਨੀਵਰਸਿਟੀ ਤੋਂ ਆਏ ਆ, ਡਾਕਟਰ ਜਸਬੀਰ ਸਿੰਘ ਚਾਵਲਾ। ਡਾਕਟਰ ਜਸਵੀਰ ਸਿੰਘ ਜੀ ਚਾਵਲਾ ਇਹਨਾਂ ਦੀ ਵੀ ਮੈਂ ਜਰਾ ਇਹ ਕੀ ਆਂਦੇ ਹੁੰਦੇ ਇੰਟਰੋਡਕਸ਼ਨ ਬਾਅਦ ਚੋਂ ਤੁਹਾਨੂੰ ਪੂਰੀ ਦਿਆਂਗਾ, ਹੈਨਾ। ਆਹ ਵਧੀਆ ਕੰਮ ਕੀਤਾ ਵੀ ਤੁਸੀਂ ਜਿਹੜਾ ਇਹਨਾਂ ਨੂੰ ਨਾਲ ਹੀ ਲੈ ਆਏ ਹੋ। ਤੇ ਦੂਜਾ ਕੰਮ ਮੈਂ ਹੋਰ ਵੇਖਦਾ ਪਿਆ ਹਾਂ ਹਾਂਜੀ ਵੀ ਜਿਹੜਾ ਇਹਨਾਂ ਨੇ ਤੁਹਾਡੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ। ਹਾਂਜੀ ਹਾਂਜੀ, ਹੈ ਉਹ ਦੱਸ ਰਹੇ ਸੀਗੇ ਜੀ ਡਾਕਟਰ ਸਾਹਿਬ, ਕਹਿੰਦੇ ਟਾਈਮ ਇਹੋ ਜਿਹਾ ਆ ਗਿਆ ਵੀ ਆਪਾਂ ਨੂੰ ਹੁਣ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਚਾਹੀਦੀ ਆ। ਇਹਨਾਂ ਦੀ ਦੂਰੀ ਹੋ ਗਈ ਜ਼ਰੂਰੀ। ਅੱਗੇ ਆਂਦੇ ਹੁੰਦੇ ਸੀ ਨਾ ਵੀ ਯਾਰ ਦੂਰੀ ਨਹੀਂ ਹੋਣੀ ਚਾਹੀਦੀ ਇੱਕ ਦੂਜੇ ਤੋਂ, ਪਰ ਹੁਣ ਇਹ ਜ਼ਰੂਰੀ ਹੋ ਗਈ ਹੈ। ਕਿਉਂ ਡਾਕਟਰ ਸਾਹਿਬ? ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਜਿਵੇਂ ਦਾ ਸਮਾਂ ਚੱਲ ਰਿਹਾ ਕਰੋਨਾ ਦਾ, ਜਿਵੇਂ ਹੁਣ ਡਰ ਬਣਿਆ ਹੋਇਆ ਹੈ, ਤੇ ਸਾਨੂੰ ਦੂਰੀ ਬਣਾ ਕੇ ਰੱਖਣੀ ਪੈਣੀ ਤੇ ਆਪਣੇ ਹੱਥ ਬਾਰ-ਬਾਰ ਸਾਨੂੰ ਸਾਬਣ ਨਾਲ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰਨੇ ਹੀ ਪੈਣੇ। ਬਸ ਇਹ ਛੋਟੀਆਂ ਗੱਲਾਂ ਆ। ਇਹ ਦੇਖੋ, ਗੱਲ ਇਹ ਆ ਕਿ ਡਰ ਇੱਕ ਹੈਗਾ ਤੇ ਹੈ, ਬਿਮਾਰੀ ਆ। ਬਿਲਕੁਲ ਜੀ, ਪਰ ਇੰਨਾ ਵੀ ਡਰਨ ਦੀ ਲੋੜ ਨਹੀਂ ਜੇ ਅਸੀਂ ਇਹਤਿਆਤ ਵਰਤੀਏ। ਹਾਂ ਕਿ ਸੂਬੇਦਾਰ ਸਾਹਿਬ ਤੁਸੀਂ ਵੀ ਦੇਖੋ, ਫੌਜ 'ਚ ਰਹੇ ਆ ਤੇ ਉੱਥੇ ਪੂਰਾ ਡਿਸਪਲਿਨ ਨਾਲ ਚੱਲਦੇ ਸੀ ਕਿ ਨਹੀਂ ਸੀ ਚੱਲਦੇ? ਹਾਂ ਬਿਲਕੁਲ ਜੀ, ਬਿਲਕੁਲ। ਹੈ ਹਰ ਕੰਮ ਕਰਨ ਲੱਗੇ ਹੱਥ ਸਾਫ਼ ਕਰੋ। ਹਾਂ, ਤੁਰਨ ਲੱਗੇ ਆਪਣਾ ਜੁੱਤੀ ਪਾਉਣ ਤੋਂ ਪਹਿਲਾਂ ਬੂਟ ਸਾਫ਼ ਕਰੋ। ਫਿਰ ਹਾਂਜੀ, ਵਰਦੀ ਸਾਫ਼ ਹੋਣੀ ਚਾਹੀਦੀ ਹੈ। ਕਿਚਨ ਦੇਖੋ, ਜੇ ਤੁਹਾਡਾ ਉੱਥੇ ਡਿਸਪਲਿਨ ਸੀ ਤੇ ਇੱਥੇ ਹੁਣ ਬਾਕੀਆਂ ਨੂੰ ਵੀ ਸਿਖਾਓ। ਹਾਂ ਠੀਕ ਹੈ ਜੀ, ਗੱਲਾਂ ਠੀਕ ਹੈ। ਥੋੜੀਆਂ ਹੀ ਆ ਵੀ ਆ ਦੇਖੋ, ਆਪਾਂ ਬੈਠੇ ਆ ਨਾ 6 ਫੁੱਟ ਦੀ ਦੂਰੀ ਤੇ ਗੱਲਬਾਤ ਤੇ ਹੁੰਦੀ ਪਈ ਹੈ ਨਾ। ਇਹ ਕੋਈ ਜ਼ਰੂਰੀ ਥੋੜਾ ਵੀ ਲਾਗੇ ਬਹਿ ਕੇ ਗੱਲਬਾਤ ਕਰਨੀ ਹੈ। ਉਹ ਮਹਾਰਾਜ ਜੱਗਾ ਦਾ ਚਲਾਨ ਕਰਾਇਆ। ਕਿਹੜਾ ਜਗ੍ਹਾ? ਜੱਗਾ ਉਹ ਉੱਚੇ ਘਰ ਵਾਲਿਆਂ ਦਾ। ਅੱਛਾ, ਉਹ ਫੀਨੇ ਦਾ। ਹਾਂਜੀ ਹਾਂਜੀ, ਉਹ ਕੀ ਗੱਲ ਹੋ ਗਈ? ਉਹ ਬਸ ਦੇਖੋ ਸਾਰੇ ਕਾਗਜ਼ ਪੱਤਰ ਪੂਰੇ, ਸਭ ਕੁਝ ਪੂਰਾ। ਹਾਂ, ਉਹ ਕਹਿੰਦਾ ਮੈਂ ਮੂੰਹ ਨਹੀਂ ਸੀ ਢਕਿਆ, ਉਹਦਾ ਚਲਾਨ ਹੋ ਗਿਆ। ਲੈ, ਚਲਾਨ ਹੋ ਨਹੀਂ ਗਿਆ, ਚਲਾਨ ਹੋਇਆ ਕਰਨਾ ਆ। ਅੱਛਾ ਹਾਂ, ਹੋ ਨਹੀਂ ਗਿਆ। ਹਾਂ। ਇਹ ਤੇ ਦੇਖੋ, ਸਰਕਾਰ ਵੀ ਕਹਿੰਦੀ ਪਈ ਆ, ਜਗ੍ਹਾ ਜਗ੍ਹਾ ਤੇ ਇਸ਼ਤਿਹਾਰ ਲਾਂਦੀ ਪਈ ਆ, ਹਰ ਮਾਧਿਅਮ ਰਾਹੀਂ ਪ੍ਰਚਾਰ ਕਰਦੀ ਪਈ ਆ ਵੀ ਮਾਸਕ ਘਰੋਂ ਨਿਕਲੇ ਨਹੀਂ ਤੇ ਮੂੰਹ ਢਕਣਾ ਹੀ ਢਕਣਾ। ਠੀਕ। ਆਹ ਦੇਖੋ, ਮੈਂ ਰੱਖਿਆ ਕਿ ਨਹੀਂ ਲਾਗੇ? ਅੱਛਾ ਆਹ ਮੈਂ ਤੇ ਆ ਸਪਰੇ ਵੀ ਰੱਖਿਆ ਲੱਗ। ਕਮਾਲ ਕਰਦੀ ਮੈਂ ਤੇ ਆ ਘਰੋਂ ਬਾਹਰ ਨਿਕਲਦਾ ਨਾ ਜਦੋਂ, ਐ ਮੂੰਹ ਢੱਕ ਕੇ, ਹਾਂ। ਫਿਰ ਆਉਂਦੀਆਂ ਹੀ ਇਹ ਰੱਖ ਦੇਣਾ ਧੋਣ ਲਈ, ਦੂਜਾ ਲੈ ਜਾਣਾ ਨਾਲ, ਆਹਾ, ਹੱਥ ਧੋ ਕੇ ਬਾਕੀ ਕੰਮ ਕਰਨੇ। ਉਹ ਮਹਾਰਾਜ ਤੁਹਾਨੂੰ ਕੌਣ ਸਿਖਾਵੇ, ਬੁੜੀਆਂ ਨੂੰ ਕੌਣ ਕਿੱਦਾਂ ਸਿਖਾਵੇ। ਗੱਲ ਤੁਹਾਡੀ ਸਹੀ ਆ। ਉਹੀ ਗੱਲਾਂ ਨੇ ਜੀ ਕਿ ਸਮਾਜਿਕ ਦੂਰੀ ਬਣਾਉਣੀ ਬਹੁਤ ਜ਼ਰੂਰੀ ਆ। ਲੋਕਡਾਊਨ ਖੁੱਲਿਆ ਆ, ਇਹ ਸਰਕਾਰ ਨੇ ਤੁਹਾਡੀ ਸਹੂਲਤ ਲਈ ਖੋਲ ਦਿੱਤਾ ਵੀ ਆਪਣੇ ਕੰਮਕਾਰ ਕਰੋ, ਕਰਨੇ ਚਾਹੀਦੇ ਆ। ਬਿਲਕੁਲ ਕੰਮਕਾਰ ਤੇ ਨਹੀਂ ਬੰਦ ਹੋਣੇ ਚਾਹੀਦੇ, ਪਰ ਉਹ ਕੰਮਕਾਰ ਪੂਰੀ ਇਹਤਿਆਤ ਨਾਲ ਕਰੋ। ਦੇ ਤੁਸੀਂ ਕਿਤੇ ਸੌਦਾ ਲੈਣ ਚੱਲੇ ਆ ਕਿਸੇ ਦੁਕਾਨ ਤੋਂ, ਉੱਥੇ ਦੇਖੋ ਰਸ਼ ਤੇ ਨਹੀਂ। ਉਹਨਾਂ ਨੂੰ ਜੇ ਰਸ਼ ਆ ਉਹਨਾਂ ਨੂੰ ਸਮਝਾਓ ਅੱਛਾ ਵੀ ਕੱਲਾ ਕਰਕੇ ਆਓ ਬਈ, ਸਮਾਨ ਲਓ। ਵੈਸੇ ਤੇ ਅੱਜ ਕੱਲ ਦੁਕਾਨਦਾਰ ਵੀ ਸਿਆਣੇ ਹੋ ਗਏ, ਪੁੱਛੋ ਕਿਉਂ? ਉਹਨਾਂ ਦਾ ਵੀ ਤੇ ਚਲਾਨ ਹੁੰਦਾ ਨਾ। ਬਿਲਕੁਲ ਜੀ, ਬਿਲਕੁਲ। ਹਾਂ, ਇਹ ਵੀ ਵੈਸੇ ਵਧੀਆ ਗੱਲ ਹੈ। ਉਹਨਾਂ ਦਾ ਵੀ ਚਲਾਨ ਹੁੰਦਾ। ਜੇ ਉਹ ਦੁਕਾਨਦਾਰ ਵੀ ਭੀੜ ਪਾਉਂਦਾ ਨਾ ਤੇ ਉਹ ਕਹਿੰਦੇ ਵੀ ਚੱਲ ਭਾਈ ਸ਼ਟਰ ਸਿੱਟ ਥੱਲੇ ਤੇ ਆ ਤੇਰਾ ਚਲਾਨ। ਹਾਂ, ਡੰਡੇ ਅੱਗੇ ਭੂਤ ਨੱਚਦਾ ਜੀ। ਹਾਂ, ਨੱਚਦਾ, ਬਿਲਕੁਲ ਨੱਚਦਾ। ਕਿਉਂ ਨਹੀਂ ਨੱਚਦਾ? ਨੱਚਣਾ ਪੈਣਾ ਆ। ਬਿਲਕੁਲ ਤੇ ਇਹ ਦੂਜੀ ਗੱਲ ਇਹ ਆ ਬਈ ਇਹ ਕਈ ਆ ਸੈਨੀਟਾਈਜ਼ਰ ਆ ਗਏ ਆ, ਪਰ ਆਂਦੇ ਵੀ ਇਹਦਾ ਜ਼ਿਆਦਾ ਵੀ ਨਹੀਂ ਇਸਤੇਮਾਲ ਕਰਨਾ ਚਾਹੀਦਾ। ਅੱਛਾ, ਸਾਬਣ ਸਭ ਤੋਂ ਬਿਹਤਰ ਆ। ਸਾਬਣ ਬਹੁਤ ਵਧੀਆ ਜੀ। ਠੀਕ ਹੈ, ਤੁਸੀਂ ਬਾਹਰ ਗਏ ਆ ਕਿਤੇ ਤੇ ਆ ਛੋਟੀ ਸ਼ੀਸ਼ੀ 'ਚ ਨਾਲ ਲੈ ਜਾਓ ਵੀ ਕਈ ਵਾਰੀ ਤੁਹਾਨੂੰ ਪਾਣੀ ਨਹੀਂ ਲੱਜਦਾ ਕਿਧਰੇ ਹੱਥ ਧੋਣ ਲਈ, ਪਰ ਘਰ ਵੱਧ ਤੋਂ ਵੱਧ ਹੱਥ ਸਾਬਣ ਨਾਲ ਧੋ। ਠੀਕ ਹੈ ਜੀ, ਠੀਕ ਹੈ। ਵਾਹ ਜੀ ਵਾਹ। ਠੀਕ ਹੈ ਨਾ, ਕਿਉਂਕਿ ਇਹ ਹੁਣ ਤੁਸੀਂ ਦੇਖੋ ਆ ਗਏ ਆ ਫੌਜ 'ਚੋਂ, ਤੁਸੀਂ ਹੁਣ ਆਪਣੇ ਪਿੰਡ 'ਚ ਨਾ ਇਸ ਤਰ੍ਹਾਂ ਦਾ ਪ੍ਰਚਾਰ ਜ਼ਰੂਰ ਕਰੋ। ਮਾਂ ਜੀ, ਮੈਂ ਤਾਂ ਸਾਰਿਆਂ ਨੂੰ ਘਰ ਘਰ ਦੱਸੂ, ਹਾਂ। ਜਿੱਥੇ ਜਾਉਂ ਉੱਥੇ ਹੀ ਦੱਸੂ। ਹਾਂ, ਅੱਛਾ ਐਂ ਦੱਸੋ ਹਾਂਜੀ। ਵੀ ਕਿਸੇ ਦੇ ਘਰ ਜਾਣ 'ਚ ਕੋਈ ਹਰਜਤ ਨਹੀਂ? ਨਹੀਂ, ਹਰਜ ਨਹੀਂ, ਪਰ ਜੇ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ।
ਇਹ ਨਹੀਂਗਾ ਵੀ ਵਿਹਲੇ ਆ ਤੇ ਚੱਲ ਹੁਣ ਬਾਗੇ ਦੇ ਹੋ ਆਈਏ। ਹੁਣ ਉਹ ਵੇਲਾ ਨਹੀਂ, ਅੱਛਾ ਹੁਣ ਉਹ ਟਾਈਮ ਨਹੀਂ ਹੈ। ਉਹ ਟਾਈਮ ਨਹੀਂ ਹੈਗਾ। ਦੂਰ ਜਾ ਕੇ ਗੱਲ ਕਰਨੀ ਦੂਰੋਂ ਕਰ ਲਓ। ਹਾਂ ਉਹ ਨਾਲੇ ਅੱਜ ਕੱਲ ਤੇ ਤੁਹਾਨੂੰ ਪਤਾ ਟੈਲੀਫੋਨ ਤੁਹਾਡੇ ਕੋਲ ਆ, ਜੇਬ 'ਚ ਤੁਸੀਂ ਦੁਨੀਆ ਪਾਈ ਫਿਰਦੇ ਆ। ਸਹੀ ਬਾਤ। ਜੇ ਗੱਲਬਾਤ ਕੋਈ ਕਰਨੀ ਵੀ ਆ ਤੇ ਉਹਦੇ ਤੇ ਕਰ ਲਓ। ਜ਼ਰੂਰੀ ਥੋੜਾ ਆ ਵੀ ਜਾ ਕੇ ਉਹਦੇ ਨਾਲ ਜੱਫੀ ਪਾ ਕੇ ਮਿਲ ਕੇ ਹੀ ਕਰਨੀ ਆ ਗੱਲਬਾਤ। ਤਾਂ ਚੁਗਲੀਆਂ ਕਰਨ ਵਾਲੀਆਂ ਬੁੜੀਆਂ ਵੀ ਕੱਢ ਕੇ ਉੱਪਰ ਨੂੰ ਹੀ ਕਰਨਗੀਆਂ। ਹਾਂ ਘਟ ਗਈਆਂ ਅੱਗੇ ਨਾਲੋਂ, ਠੀਕ ਅੱਗੇ ਨਾਲੋਂ ਘਟ ਗਈਆਂ ਠੀਕ ਹੈ ਹੈ ਨਾ। ਜ਼ਰੂਰੀ ਕੰਮ ਆ ਤੇ ਫਿਰ ਸਾਨੂੰ ਜਾਣਾ ਚਾਹੀਦਾ ਵੀ ਨਹੀਂ ਸਕਦਾ ਬਈ ਜਾਣਾ ਆ ਜਾਓ, ਪਰ ਉਹ ਦੂਰੀ ਬਣਾ ਕੇ ਰੱਖੋ। ਠੀਕ ਹੈ ਜੀ ਠੀਕ। ਠੀਕ ਆ। ਦੂਜਾ ਇਹ ਆ ਵੀ ਥੋੜਾ ਜਿਹਾ ਸਾਫ ਸਫਾਈ ਦਾ ਧਿਆਨ ਰੱਖ ਲਓ, ਖਾਣ ਪੀਣ ਦਾ ਧਿਆਨ ਰੱਖ ਲਓ, ਹੈ ਨਾ। ਇਹ ਚੀਜ਼ਾਂ ਦੇ ਨਾਲ ਅਸੀਂ ਇਸ ਬਿਮਾਰੀ ਦੀ ਜੰਗ 'ਚ ਜਲਦੀ ਜਿੱਤਾਂਗੇ, ਠੀਕ ਹੈ ਜੀ ਹੈ ਨਾ। ਠੀਕ। ਕਿਉਂਕਿ ਅਸੀਂ ਜਿੱਤਣ ਲਈ ਆਏ ਆ ਦੁਨੀਆ 'ਚ, ਹਾਂ ਜੀ ਹਾਂ ਬਿਲਕੁਲ ਜੀ, ਬਿਲਕੁਲ। ਅਸੀਂ ਹਾਰੇ ਨਹੀਂ ਕਦੀ ਮੈਂ ਦੇਖੋ ਜੀ ਹਰਿਆ ਸੋ ਮਰਿਆ। ਮਰਿਆ, ਹਾਂ ਹੈ ਨਾ। ਹਾਂਜੀ। ਤੇ ਇੱਕ ਹੋਰ ਗੱਲ ਹੋ ਗਈ ਆ, ਆਪਾਂ ਆ ਗਏ ਆ ਮੰਡੀਆਂ 'ਚ, ਸੁਣਾ ਦਿਓ ਜੀ ਫਿਰ ਮਹਾਰਾਜ। ਹੈ। ਲਓ ਜੀ, ਮੰਡੀਆਂ ਦੇ ਭਾਅ ਜਿਹੜੇ ਆਏ ਆ ਇਹ ਆਪਣਾ ਸੂਬੇਦਾਰ ਸਾਹਿਬ, ਆਲੂ ਵਿਕੇ ਆ ਜਲੰਧਰ 1000 ਰੁਪਏ ਕੁਇੰਟਲ, ਅੰਮ੍ਰਿਤਸਰ ਭਾਅ ਰਿਹਾ ਜੀ 900 ਰੁਪਏ, ਰਈਆ ਮੰਡੀ 1700 ਰੁਪਏ, ਫਗਵਾੜਾ 1650 ਰੁਪਏ, ਅਬੋਰ 1250 ਰੁਪਏ, ਫਿਰੋਜ਼ਪੁਰ 1700 ਰੁਪਏ ਜੀ। ਆਹਾ ਸੁੱਕੇ ਗੰਢੇ ਵਿਕੇ ਆ ਜਲੰਧਰ 700 ਰੁਪਏ ਕੁਇੰਟਲ, ਅੰਮ੍ਰਿਤਸਰ 600 ਰੁਪਈਆ ਭਾਅ ਰਿਹਾ, ਰਈਆ ਮੰਡੀ 1000 ਰੁਪਏ, ਫਗਵਾੜੇ ਵੀ 1000 ਰੁਪਏ ਜੀ, ਤੇ ਅਬੋਰ ਵੀ 1000 ਰੁਪਏ ਭਾਅ ਰਿਹਾ ਜੀ ਸੁੱਕੇ ਗੰਢਿਆਂ ਦਾ। ਫਿਰੋਜ਼ਪੁਰ 1050 ਰੁਪਏ ਕੁਇੰਟਲ ਵਿਕਿਆ ਜੀ। ਟਮਾਟਰ ਵਿਕਿਆ ਜੀ ਅੱਜ ਜਲੰਧਰ 200 ਰੁਪਏ, ਅੰਮ੍ਰਿਤਸਰ ਵੀ 200 ਰੁਪਏ, ਰਈਆ ਮੰਡੀ ਭਾਅ ਮਿਲਿਆ ਜੀ 900 ਰੁਪਈਆ, ਆਹਾ ਫਗਵਾੜੇ 300 ਰੁਪਈਆ, ਅਬੋਰ 500 ਰੁਪਈਆ, ਫਿਰੋਜ਼ਪੁਰ 450, ਤੇ ਬੈਂਗਣ ਹਾਂਜੀ ਜਲੰਧਰ 600 ਰੁਪਏ ਕੁਇੰਟਲ ਵਿਕਿਆ, ਤੇ ਅੰਮ੍ਰਿਤਸਰ ਵਿਕਿਆ ਜੀ 400 ਰੁਪਏ ਕੁਇੰਟਲ। ਅੱਛਾ ਰਈਆ ਮੰਡੀ ਅੱਜ ਬੈਂਗਣਾ ਦਾ ਭਾਅ ਰਿਹਾ ਜੀ 1000 ਰੁਪਏ ਕੁਇੰਟਲ, ਫਗਵਾੜੇ 700 ਤੇ 40 ਰੁਪਏ, ਆਹਾ ਅਬੋਰ 800 ਰੁਪਏ, ਫਿਰੋਜ਼ਪੁਰ 900 ਤੇ 50 ਰੁਪਏ। ਵਾਹ ਜੀ ਵਾਹ। ਘੀਆ ਹਾਂ ਜਲੰਧਰ 300 ਰੁਪਏ ਕੁਇੰਟਲ, ਤੇ ਅੰਮ੍ਰਿਤਸਰ ਵੀ 300 ਰੁਪਏ ਜੀ। ਅੱਛਾ ਰਈਆ ਮੰਡੀ ਭਾਅ ਰਿਹਾ ਜੀ 800 ਰੁਪਏ, ਹੂੰ ਠੀਕ ਆ। ਤੇ ਫਗਵਾੜੇ 300 ਰੁਪਏ ਘੀਆ ਵਿਕਿਆ, ਅਬੋਰ 400 ਰੁਪਏ, ਤੇ ਫਿਰੋਜ਼ਪੁਰ 450 ਰੁਪਏ ਭਾਅ ਰਿਹਾ ਜੀ। ਅੱਛਾ ਜੀ ਵਾਹ ਜੀ ਵਾਹ। ਇਹ ਤੇ ਮੰਡੀਆਂ ਦੇ ਭਾਅ। ਆ ਜਿੰਸਾਂ ਦੇ ਭਾਅ ਆਏ ਆ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਆਪਣੇ ਕੋਲ ਬੈਠੇ ਆ ਮਾਹਰ ਆਹਾ ਡਾਕਟਰ ਜਸਬੀਰ ਸਿੰਘ ਚਾਵਲਾ ਜੀ। ਠੀਕ। ਇਹ ਸੀਨੀਅਰ ਮੱਕੀ ਵਿਗਿਆਨੀ ਆ ਜ਼ਰਾਇਤੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਯੂਨੀਵਰਸਿਟੀ। ਖੇਤੀਬਾੜੀ ਯੂਨੀਵਰਸਿਟੀ। ਇਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਨੀ ਆ ਮੱਕੀ ਦੀ ਸਫਲ ਖੇਤੀ ਬਾਰੇ। ਬਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਅਹਿਮ ਗੱਲਬਾਤ ਹੈ, ਹੈ ਨਾ। ਬਿਲਕੁਲ ਜੀ, ਬਿਲਕੁਲ ਡਾਕਟਰ ਸਾਹਿਬ ਕੀ ਸੋਚਦੇ ਹੋ ਤੁਸੀਂ ਬਈ ਸਾਉਣੀ ਦੇ ਵਿੱਚ ਜੀ। ਜਿਹੜੀ ਅਸੀਂ ਮੱਕੀ ਦੀ ਕਾਸ਼ਤ ਕਰਨੀ ਆ, ਇਹਦੀ ਸਾਡੇ ਲਈ ਕੀ ਖਾਸ ਮਹੱਤਤਾ ਹੈ? ਬਿਲਕੁਲ ਸਹੀ ਤੁਸੀਂ ਸ਼ੁਰੂਆਤ ਕੀਤੀ ਹੈ ਮਿੱਠਾ ਸਿੰਘ ਜੀ, ਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਆਪਣਾ, ਇਹਦੇ ਵਿੱਚ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਾਂ ਮੱਕੀ ਦੀ ਖੇਤੀ ਵੱਲ ਨੂੰ ਕਿਉਂ ਜਾਈਏ। ਸਭ ਤੋਂ ਪਹਿਲੀ ਗੱਲ ਤਾਂ ਇਹ ਆਂਦੀ ਹੈਗੀ ਹੈ ਕਿ ਆਪਾਂ ਸਾਰੇ ਰੋਜ਼ ਅਖਬਾਰਾਂ ਵਿੱਚ ਵੀ ਪੜ੍ਹਦੇ ਹਾਂ, ਟੈਲੀਵਿਜ਼ਨ ਰੇਡੀਓ ਤੇ ਵੀ ਦੇਖਦੇ ਹਾਂ, ਬੜੀਆਂ ਗੱਲਾਂ ਚੱਲਦੀਆਂ ਵੀ ਪਾਣੀ ਦਾ ਆਪਣਾ ਪੰਜਾਬ ਦਾ ਜਿਹੜਾ ਪੱਧਰ ਹੈ ਉਹ ਥੱਲੇ ਜਾ ਰਿਹਾ ਜੀ। ਦਿਨੋਂ ਦਿਨ ਥੱਲੇ ਜਾਈ ਜਾਂਦਾ, ਤੇ ਬਹੁਤ ਸਾਰੇ ਜ਼ਿਲ੍ਹੇ ਸਾਡੇ ਜਿਹਨੂੰ ਕਹਿੰਦੇ ਆ ਵੀ ਲਾਲ ਲਕੀਰ ਦੇ ਅੰਦਰ ਪਾਤੇ ਉਹਨਾਂ ਨੇ, ਯਾਨੀ ਕਿ ਉਹਨਾਂ 'ਚ ਪਾਣੀ ਖਤਮ ਹੋਣ ਦੀ ਕਗਾਰ ਤੇ ਆ ਗਿਆ, ਖਤਰੇ ਦਾ ਨਿਸ਼ਾਨ ਲਾਤਾ। ਖਤਰੇ ਦਾ ਨਿਸ਼ਾਨ ਲਾਤਾ। ਸੋ ਇਹਦੇ ਵਾਸਤੇ ਇਹ ਹੈਗਾ ਕਿ ਜਿਹੜਾ ਝੋਨਾ ਆਪਾਂ ਲਾਉਂਦੇ ਹਾਂ, ਇਹ ਗੱਲ ਉੱਭਰ ਕੇ ਆਈਏ ਸਾਹਮਣੇ ਕਿ ਝੋਨਾ ਇੰਨਾ ਪਾਣੀ ਖਾ ਰਿਹਾ ਹੈ ਕਿ ਸਾਡਾ ਪਾਣੀ ਖਤਮ ਹੁੰਦਾ ਜਾ ਰਿਹਾ। ਹੁਣ ਸਾਨੂੰ ਸਮੇਂ ਦੀ ਲੋੜ ਹੈਗੀ ਹੈ ਕਿ ਆਪਾਂ ਝੋਨੇ ਤੋਂ ਥੋੜ੍ਹਾ ਬਹੁਤ ਰਕਬਾ ਘਟਾਈਏ ਤੇ ਦੂਜੀਆਂ ਫਸਲਾਂ ਵੱਲ ਨੂੰ ਜਾਈਏ, ਮਤਲਬ ਰਵਾਇਤੀ ਫਸਲ ਤੋਂ ਹਟੀਏ ਥੋੜ੍ਹਾ ਜਿਹਾ। ਕਿਉਂਕਿ ਜੇ ਜਦੋਂ ਤੱਕ ਆਪਾਂ ਦੂਜੀਆਂ ਫਸਲਾਂ ਵੱਲ ਨੂੰ ਜਾਂਦੇ ਨਹੀਂ, ਪਾਣੀ ਦਾ ਪੱਧਰ ਆਪਾਂ ਠੀਕ ਨਹੀਂ ਕਰ ਸਕਦੇ। ਸੋ ਉਹਦੇ ਵਿੱਚ ਜਦੋਂ ਆਪਾਂ ਬਾਕੀਆਂ ਫਸਲਾਂ ਵੱਲ ਝਾਤ ਮਾਰਦੇ ਹਾਂ ਤਾਂ ਮੱਕੀ ਜਿਹੜੀ ਇੱਕ ਫਸਲ ਹੈਗੀ ਉਹ ਬਹੁਤ ਢੁਕਵਾਂ ਇਹਦਾ ਹੱਲ ਸਾਨੂੰ ਮਿਲਿਆ, ਜਿਹਦੇ ਨਾਲ ਆਪਾਂ ਖੇਤੀ ਦਾ ਜਿਹੜੀ ਆਮਦਨ ਹੈਗੀ ਉਹ ਵੀ ਉੱਥੇ ਰੱਖ ਸਕਦੇ ਹਾਂ ਜਿੰਨੀ ਝੋਨੇ ਤੋਂ ਆਪਾਂ ਨੂੰ ਮਿਲ ਜਾਂਦੀ ਹੈ, ਤੇ ਇਹਦੇ ਨਾਲ ਆਪਣੀ ਮਿੱਟੀ ਦੀ ਸਿਹਤ ਵੀ ਚੰਗੀ ਹੋਊਗੀ, ਜ਼ਮੀਨ ਦੀ ਪਾਣੀ ਦੀ ਵੀ ਬਚਤ ਹੋਊਗੀ, ਤੇ ਆਉਣ ਵਾਲੀਆਂ ਨਸਲਾਂ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇਹ ਨਾ ਹੋਵੇ ਕਿ ਆਉਣ ਵਾਲੀਆਂ ਨਸਲਾਂ ਇਹ ਕਹਿਣ ਜੀ ਸਾਡੇ ਬਜ਼ੁਰਗ ਪਾਣੀ ਸਾਰਾ ਮੁਕਾ ਗਏ, ਸਾਡੇ ਵਾਸਤੇ ਛੱਡੇ ਹੀ ਕੁਝ ਨਹੀਂ। ਓਏ ਅਜੇ ਹੁਣ ਵੀ ਇਹੋ ਹੀ ਹਾਲ ਆ। ਤੁਸੀਂ ਕਿਤੇ ਜਾਓ ਤੁਸੀਂ ਵੱਡੇ ਸ਼ਹਿਰਾਂ 'ਚ, ਬਿਲਕੁਲ 20 ਰੁਪਏ ਦੀ ਬੋਤਲ ਮਿਲਦੀ ਹੈ ਕਈ ਪਾਣੀ ਦੀ। ਹਾਂਜੀ ਹਾਂਜੀ ਬਹੁਤ ਬੁਰਾ ਹਾਲ। ਅੱਛਾ ਡਾਕਟਰ ਸਾਹਿਬ ਜੀ, ਥੋੜਾ ਜਿਹਾ ਐਂ ਦੱਸੋ ਵੀ ਇਹਦੀ ਬਿਜਾਈ ਵਾਸਤੇ ਢੁਕਵਾਂ ਟਾਈਮ ਕਿਹੜਾ ਹੈ?
ਬਿਲਕੁਲ ਸਹੀ ਤੁਸੀਂ ਸ਼ੁਰੂਆਤ ਕੀਤੀ ਹੈ ਸੁਬੇਦਾਰ ਜੀ ਕਿ ਹੁਣ ਜੇ ਆਪਾਂ ਖੇਤੀ ਦੀ ਗੱਲ ਕਰਨ ਹੀ ਲੱਗ ਪਏ ਆ ਮੱਕੀ ਦੀ, ਤਾਂ ਉਹਦੇ ਵਾਸਤੇ ਸਾਨੂੰ ਇਹ ਧਿਆਨ ਰੱਖਣਾ ਪਏਗਾ ਕਿ ਆਪਣਾ ਬਿਜਾਈ ਦਾ ਢੁਕਵਾਂ ਸਮਾਂ ਕੀ ਹੈ। ਉਹਦਾ ਕਾਰਨ ਹੈਗਾ ਕਿਉਂਕਿ ਕੋਈ ਵੀ ਆਪਾਂ ਖੇਤੀ ਕਰਦੇ ਆ ਤਾਂ ਉਹਦਾ ਸਮਾਂ ਮਿੱਥਿਆ ਹੁੰਦਾ, ਆਪਾਂ ਕਦੋਂ ਬਿਜਾਈ ਕਰਨੀ ਹੈ, ਕਦੋਂ ਵੱਢਣੀ ਹੈ, ਕਿੰਨਾ ਸਮਾਂ ਉਹਨੇ ਲੈਣਾ ਹੈ। ਜੇ ਆਪਾਂ ਇਹ ਸਮਾਂ ਖੁੰਝ ਜਾਂਦੇ ਅੱਗੇ ਪਿੱਛੇ ਕਰਦੇ ਨਾ ਤਾਂ ਝਾੜ ਤੇ ਮਾੜਾ ਅਸਰ ਪੈਂਦਾ, ਫਿਰ ਅਗਲੀ ਫਸਲ ਤੇ ਵੀ ਅਸਰ ਪੈਂਦਾ, ਅਗਲੀ ਫਸਲ ਦਾ ਵੀ ਮਾੜਾ ਅਸਰ ਹੋ ਜਾਂਦਾ, ਉਹਦਾ ਝਾੜ ਘਟਦਾ। ਸਹੀ ਗੱਲ ਤੇ ਇਸ ਕਰਕੇ ਜ਼ਰੂਰੀ ਹੈਗਾ ਕਿ ਆਪਾਂ ਧਿਆਨ ਰੱਖੀਏ ਕਿ ਜਿਹੜੀ ਵੀ ਫਸਲ ਬੀਜਣ ਲੱਗਿਆ, ਹੁਣ ਜਿਵੇਂ ਆਪਾਂ ਹੁਣ ਸਾਉਣੀ ਦੀ ਗੱਲ ਕਰਨ ਲੱਗਿਆ, ਮੱਕੀ ਦੀ ਕਾਸ਼ਤ ਦੀ, ਤੇ ਇਹਦਾ ਹੁਣ ਜਿਹੜਾ ਸਮਾਂ ਚੱਲ ਰਿਹਾ ਬਿਲਕੁਲ ਢੁਕਵਾਂ ਸਮਾਂ ਹੈਗਾ। ਆਹ ਦਿਨ ਜਿਹੜੇ ਚੱਲ ਰਹੇ 25 ਮਈ ਤੋਂ ਲੈ ਕੇ ਤੇ ਜੂਨ ਦਾ ਪੂਰਾ ਮਹੀਨਾ ਅੱਛਾ ਆਪਾਂ ਮੱਕੀ ਦੀ ਕਾਸ਼ਤ ਕਰ ਸਕਦੇ ਹਾਂ, ਬਿਜਾਈ ਕਰ ਸਕਦੇ ਹਾਂ, ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ, ਅਗਲੀ ਫਸਲ ਲੇਟ ਨਹੀਂ ਹੋਊਗੀ, ਉਹਦਾ ਝਾੜ ਵੀ ਨਹੀਂ ਘਟੂਗਾ, ਤੇ ਜੇ ਸਹੀ ਸਮੇਂ ਤੇ ਇਹਦੀ ਬਿਜਾਈ ਕਰ ਲਾਂਗੇ ਤਾਂ ਬਾਰਿਸ਼ਾਂ ਤੋਂ ਵੀ ਬਚ ਜਾਾਂਗੇ, ਇਹਦਾ ਝਾੜ ਵੀ ਚੰਗਾ ਆਊਗਾ ਆਪਣਾ। ਸੋ ਢੁਕਵਾਂ ਸਮਾਂ ਹੁਣ ਚੱਲ ਰਿਹਾ ਆਪਣਾ, ਜੂਨ ਦਾ ਮਹੀਨਾ ਚੱਲ ਰਿਹਾ ਹੈਗਾ, ਆਪਾਂ ਸਾਰਿਆਂ ਨੂੰ ਪਤਾ ਹੈਗਾ। ਤੇ ਮੱਕੀ ਦੀ ਲਾਹੇਵੰਦ ਖੇਤੀ ਕਰਨ ਵਾਸਤੇ, ਚੰਗਾ ਮੁਨਾਫਾ ਲੈਣ ਵਾਸਤੇ ਆਪਾਂ ਨੂੰ ਇਸ ਮਹੀਨੇ ਦੇ ਅੰਦਰ ਅੰਦਰ ਉਹਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਆ ਡਾਕਟਰ ਸਾਹਿਬ। ਤੇ ਜੇ ਅਸੀਂ ਆ ਸਾਉਣੀ ਦੀ ਮੱਕੀ ਇਸ ਮਹੀਨੇ 'ਚ ਬੀਜਣੀ ਆ, ਇਹਦੇ ਵਾਸਤੇ ਕੋਈ ਬੀਜ ਦੀ ਮਾਤਰਾ ਦਾ ਵੀ ਫਰਕ ਹੁੰਦਾ ਵੀ ਕਿੰਨਾ ਕੁ ਬੀਜ ਲੈਣਾ? ਹਾਂਜੀ ਬਿਲਕੁਲ ਮਿੱਠਾ ਸਿੰਘ ਜੀ, ਜਿਹੜੇ ਆਪਾਂ ਹੁਣੇ ਗੱਲ ਕੀਤੀ ਆਪਾਂ ਖੇਤੀ ਮੁਨਾਫੇ ਦੀ, ਜਦੋਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਆਪਣਾ ਸਾਰਿਆਂ ਦਾ ਮੁੱਦਾ ਇੱਕੋ ਹੀ ਹੈ ਕਿ ਕਿਸਾਨਾਂ ਦੀ ਆਪਾਂ ਕਿਵੇਂ ਆਮਦਨ ਕਿਵੇਂ ਵਧਾਣੀ ਹੈ। ਜੀ, ਆਮਦਨ ਵਧਾਣੀ ਹੈ ਤਾਂ ਆਪਾਂ ਨੂੰ ਖੇਤੀ ਦੀ ਪੈਦਾਵਾਰ ਚੰਗੀ ਲੈਣੀ ਪੈਣੀ ਹੈ। ਖੇਤੀ ਦੀ ਚੰਗੀ ਪੈਦਾਵਾਰ ਲੈਣ ਵਾਸਤੇ ਜਿਵੇਂ ਆਪਾਂ ਮੱਕੀ ਦੀ ਗੱਲ ਕਰਨ ਲੱਗੇ ਹਾਂ, ਹੁਣ ਕਣਕ ਝੋਨੇ 'ਚ ਤਾਂ ਆਪਾਂ ਜਦੋਂ ਆਪਾਂ ਬਿਜਾਈ ਕਰਦੇ ਹਾਂ ਤਾਂ ਆਪਾਂ ਇਕੱਠੇ ਦਾਣੇ ਪਾਉਂਦੇ ਹਾਂ, ਇੱਕ ਬੂਟਾ ਮਰ ਗਿਆ, ਦੋ ਬੂਟੇ ਮਰ ਗਏ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਮੱਕੀ ਦੇ ਵਿੱਚ ਕੀ ਹੈਗਾ, ਇੱਕ ਬੂਟਾ ਮਰ ਗਿਆ ਤਾਂ ਤੁਹਾਡੀ ਪਾਈਆ ਦਾਣੇ ਗਏ, ਜਿੰਨੇ ਬੂਟੇ ਮਰ ਗਏ ਉਹਨੇ ਦਾਣੇ ਗਏ ਤੁਹਾਡੇ, ਪਾਈਆ ਨਾਲ ਉਹਨੂੰ ਮਲਟੀਪਲਾਈ ਕਰ ਲਓ। ਇਸ ਕਰਕੇ ਇਹਦੀ ਨਾ ਬੀਜ ਦੀ ਮਾਤਰਾ ਬੜੀ ਫਿਕਸ ਕੀਤੀ ਹੋਈ ਹੈ, ਮਤਲਬ ਤੈਅ ਕੀਤੀ ਹੋਈ ਵੀ ਇੰਨਾ ਬੀਜ ਪਾਵਾਂਗੇ ਤਾਂ ਆਪਾਂ ਕਿੱਲੇ ਦੇ ਵਿੱਚ ਬੂਟਿਆਂ ਦੀ ਗਿਣਤੀ ਪੂਰੀ ਹੋਊਗੀ। ਸੋ ਕਿੱਲੇ ਪਿੱਛੇ ਆਪਾਂ ਨੂੰ 8 ਕਿਲੋ ਬੀਜ ਪਾਉਣ ਦੀ ਲੋੜ ਹੈਗੀ ਹੈ ਮੱਕੀ ਦੀ। 8 ਕਿਲੋ ਜੀ, ਯਾਦ ਰੱਖਣਾ। ਬਿਲਕੁਲ ਜੀ ਬਿਲਕੁਲ। ਜੇ ਆਪਾਂ ਦੂਜੀ ਇੱਕ ਕਿਸਮ ਹੁੰਦੀ ਹੈ ਖਿੱਲਾਂ ਵਾਲੀ ਮੱਕੀ, ਜੇ ਖਿੱਲਾਂ ਵਾਲੀ ਮੱਕੀ ਬੀਜਣੀ ਹੈ ਉਹਦਾ ਦਾਣਾ ਥੋੜਾ ਬਰੀਕ ਹੁੰਦਾ ਹੈ, ਉਹਦਾ ਆਪਣਾ 7 ਕਿਲੋ ਨਾਲ ਵੀ ਸਰ ਜਾਂਦਾ ਹੈ। ਪਰ ਜਿਹੜੀ ਆਮ ਮੱਕੀ ਆਪਾਂ ਦੋਗਲੀਆਂ ਕਿਸਮਾਂ ਦੀ ਬਿਜਾਈ ਕਰਦੇ ਹਾਂ, ਦੂਜੀਆਂ ਕਿਸਮਾਂ ਬੀਜਦੇ ਹਾਂ, ਤਾਂ ਆਪਾਂ ਨੂੰ 8 ਕਿਲੋ 20 ਕਿੱਲੇ ਦਾ ਪਾਣਾ ਹੀ ਪੈਣਾ, ਤਾਂ ਹੀ ਆਪਣੀ ਬੂਟਿਆਂ ਦੀ ਗਿਣਤੀ ਪੂਰੀ ਹੋਊਗੀ ਤੇ ਝਾੜ ਪੂਰਾ ਲੈ ਸਕਾਂਗੇ। ਵਾਹ ਜੀ ਵਾਹ। ਆ ਕਿਸਮਾਂ ਤੋਂ ਮੈਨੂੰ ਯਾਦ ਆ ਗਿਆ ਜੀ ਵੀ ਇਹਦੀਆਂ ਇਸਕੀਆਂ ਕੋਈ ਵਧੀਆ ਕਿਸਮਾਂ ਦੱਸ ਸਕਦੇ ਆ ਕਿਹੜੀਆਂ ਜੀ? ਬਿਲਕੁਲ ਸੁਬੇਦਾਰ ਜੀ, ਕਿਸਾਨ ਵੀਰਾਂ ਨੂੰ ਮੈਂ ਅੱਜ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਦੱਸਣਾ ਚਾਹੂੰਗਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ ਮੱਕੀ ਦੀਆਂ, ਜਿਹੜੀਆਂ ਢੁਕਵੀਆਂ ਕਿਸਮਾਂ ਸਾਉਣੀ ਰੁੱਤ ਵਾਸਤੇ ਨੇ। ਸਭ ਤੋਂ ਪਹਿਲੇ ਉਹ ਤੋਂ ਕਿਸਮਾਂ ਦੱਸਣ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿਸਾਨ ਵੀਰਾਂ ਨੂੰ ਕਿ ਅੱਜ ਕੱਲ੍ਹ ਜ਼ਮਾਨਾ ਹੈਗਾ ਦੋਗਲੀਆਂ ਕਿਸਮਾਂ ਦਾ। ਜੀ, ਸਾਰੇ ਕਿਸਾਨ ਵੀਰ ਵੀ ਇਹ ਚਾਹੁੰਦੇ ਆ ਕਿ ਸਾਨੂੰ ਦੋਗਲੀ ਕਿਸਮ ਮਿਲੇ। ਆਪਾਂ ਜਿਹੜੀ ਪੁਰਾਣੀ ਰਿਵਾਇਤੀ ਖੇਤੀ ਕਰਦੇ ਸੀ, ਆਪਾਂ ਰਵਾਇਤੀ ਕਿਸਮਾਂ ਬੀਜਦੇ ਸੀਗੇ। ਸੋ ਮੇਰੇ ਕਹਿਣ ਤੋਂ ਭਾਵ ਮੁਰਾਦ ਇਹ ਹੈਗੀ ਕਿ ਦੋ ਤਰ੍ਹਾਂ ਦੀਆਂ ਕਿਸਮਾਂ ਸਾਡੇ ਕੋਲ ਹੈਗੀਆਂ, ਇੱਕ ਰਵਾਇਤੀ ਕਿਸਮਾਂ ਜਿਹਨੂੰ ਅਸੀਂ ਕੰਪੋਜ਼ਿਟ ਕਿਸਮਾਂ ਕਹਿੰਦੇ ਆ। ਜੀ, ਫਰਕ ਥੋੜਾ ਜਿਹਾ ਮੈਂ ਸਮਝਾਦਾ ਤੁਹਾਨੂੰ ਕਿ ਫਰਕ ਕੀ ਹੈ ਦੋਨੋਂ 'ਚ। ਜਿਹੜੀਆਂ ਰਵਾਇਤੀ ਕਿਸਮਾਂ ਨੇ ਉਹਨਾਂ ਨੂੰ ਆਪਾਂ ਬੀਜ ਲਿਆ, ਆਉਂਦੇ ਸੀਜ਼ਨ ਵਾਸਤੇ ਬੀਜ ਉਹਦੇ ਵਿੱਚੋਂ ਰੱਖ ਲਿਆ, ਫਿਰ ਬੀਜ ਲਿਆ, ਫਿਰ ਬੀਜ ਰੱਖ ਲਿਆ ਉਹਦੇ ਵਿੱਚ, ਯਾਨੀ ਕਿ ਇੱਕ ਵਾਰੀ ਬੀਜ ਲਿਆ ਆਪਾਂ 4-5 ਸਾਲ ਉਹਦਾ ਬੀਜ ਆਪਣੇ ਖੇਤਾਂ 'ਚ ਵਰਤੀ ਜਾਂਦੇ ਅੱਗੇ ਤੇ ਅੱਗੇ। ਉਹ ਰਵਾਇਤੀ ਕੰਪੋਜ਼ਿਟ ਕਿਸਮਾਂ ਹੋ ਗਈਆਂ। ਦੂਜੀਆਂ ਕਿਸਮਾਂ ਨੇ ਦੋਗਲੀਆਂ ਕਿਸਮਾਂ, ਜਿਨ੍ਹਾਂ ਦਾ ਅੱਜ ਕੱਲ ਪ੍ਰਚਲਨ ਹੈਗਾ, ਸਾਰੇ ਕਹਿੰਦੇ ਆ ਵੀ ਦੋਗਲੀਆਂ ਕਿਸਮਾਂ ਆਪਾਂ ਬੀਜਣੀਆਂ। ਇਹਨਾਂ ਦਾ ਬੀਜ ਆਪਾਂ ਨੂੰ ਹਰ ਸਾਲ ਨਵਾਂ ਲੈਣਾ ਪੈਣਾ। ਇਹਨਾਂ ਨੂੰ ਹਾਈਬ੍ਰਿਡ ਵੀ ਕਹਦੇ ਹਾਂ, ਇਹਨਾਂ ਨੂੰ ਆਪਾਂ ਹਾਈਬ੍ਰਿਡ ਵੀ ਕਹਿ ਦਿੰਦੇ ਆ, ਦੋਗਲੀ ਕਿਸਮ ਵੀ ਕਹਿ ਦਿੰਦੇ ਆ, ਸੰਕਰੀ ਕਿਸਮ ਵੀ ਕਹਿ ਦਿੰਦੇ ਆ, ਜਿਹੜਾ ਮਰਜ਼ੀ ਆਪਾਂ ਨਾਂ ਲੈ ਲਈਏ। ਮਤਲਬ ਇਹ ਹੈਗਾ ਜਿਹੜੀ ਦੋਗਲੀ ਕਿਸਮ ਹੈ, ਹਾਈਬ੍ਰਿਡ ਹੈ, ਇਹਦਾ ਬੀਜ ਆਪਾਂ ਨੂੰ ਹਰ ਸਾਲ ਨਵਾਂ ਲੈਣਾ ਪੈਣਾ। ਠੀਕ। ਨਵਾਂ ਕਿਉਂ ਲੈਣਾ ਪੈਣਾ? ਕਾਰਨ ਇਹਦਾ, ਹਾਂਜੀ, ਕਈਆਂ ਨੂੰ ਇਹ ਲੱਗਦਾ ਕਿ ਸ਼ਾਇਦ ਕਿਤੇ ਦੁਬਾਰਾ ਉੱਗਣਾ ਹੀ ਨਹੀਂ ਹੈ, ਪਰ ਕਿਸਾਨ ਵੀਰੋ ਇਹ ਉੱਗ ਪਏਗਾ, ਲੇਕਿਨ ਇਹਦਾ ਝਾੜ ਜਿਹੜਾ ਹੈ ਘਟ ਜਾਊਗਾ, 25-30% ਝਾੜ ਘਟ ਜਾਊਗਾ ਸਾਡਾ। ਫੇਰ ਕੀ ਫਾਇਦਾ? ਫੇਰ ਫਾਇਦਾ ਨਹੀਂ ਆਪਾਂ। ਇਸ ਕਰਕੇ ਆਪਾਂ ਕਹਿੰਦੇ ਕਿ ਦੋਗਲੀਆਂ ਕਿਸਮਾਂ ਦਾ ਬੀਜ ਆਪਾਂ ਹਰ ਸਾਲ ਨਵਾਂ ਲੈਣਾ ਜ਼ਰੂਰੀ ਹੈ। ਅੱਛਾ, ਹੁਣ ਕਿਸਮਾਂ ਦੀ ਮਿਸਾਲ ਪਾ ਲੈਂਦਾ ਤੁਹਾਡੇ ਨਾਲ ਕਿ ਕਿਸਮਾਂ ਕਿਹੜੀਆਂ ਸਿਫਾਰਿਸ਼ ਕੀਤੀਆਂ ਗਈਆਂ ਯੂਨੀਵਰਸਿਟੀ ਵੱਲੋਂ। 3 ਤਰ੍ਹਾਂ ਦੀਆਂ ਕਿਸਮਾਂ ਦੀ ਸਿਫਾਰਿਸ਼ ਹੈਗੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ। ਪਹਿਲੀਆਂ ਕਿਸਮਾਂ ਨੇ ਜਿਹੜਾ ਲੰਬਾ ਸਮਾਂ ਲੈ ਕੇ ਪੱਕਦੀਆਂ ਨੇ, ਯਾਨੀ ਕਿ ਲੰਬਾ ਸਮਾਂ ਤੋਂ ਮੇਰੀ ਮੁਰਾਦ 95 ਤੋਂ 100 ਦਿਨ ਲੈ ਕੇ ਪੱਕਦੀਆਂ ਨੇ। ਦੂਜੀ ਕੈਟਾਗਰੀ ਹੈ ਜਿਹੜੀਆਂ ਘੱਟ ਸਮਾਂ ਲੈ ਕੇ ਪੱਕਦੀਆਂ ਨੇ, ਜਿਵੇਂ ਆਪਣਾ ਪੁਰਾਣੀ ਇਲਾਕੇ ਨੇ ਜਾਂ ਕੰਢੀ ਦਾ ਇਲਾਕਾ, ਉੱਥੇ ਛੇਤੀ ਪੱਕਣ ਵਾਲੀਆਂ ਕਿਸਮਾਂ ਦੀ ਲੋੜ ਹੈ ਆਪਾਂ ਨੂੰ। ਤੀਜੀ ਕੈਟਾਗਰੀ ਹੈਗੀ ਆਪਣੇ ਕੋਲ ਸਪੈਸ਼ਲ ਖਾਸ ਕਿਸਮਾਂ, ਜਿਵੇਂ ਆਪਾਂ ਗੱਲ ਕਰੀਏ ਪਹਿਲੇ ਵੀ ਪੌਪਕਾਰਨ ਹੈ, ਖਿੱਲਾਂ ਵਾਲੀ ਮੱਕੀ ਹੈਗੀ ਹੈ, ਮਿੱਠੀ ਮੱਕੀ ਹੈਗੀ, ਬੇਬੀ ਕੋਰਨ ਹੈਗੀ ਹੈ, ਇਹ ਸਾਰੀਆਂ ਖਾਸ ਕਿਸਮਾਂ ਨੇ। ਤਾਂ ਇਹਦੇ ਕਿਸਮਾਂ ਕਿਹੜੀਆਂ ਨੇ ਤਿੰਨੋਂ ਕੈਟਾਗਰੀਜ਼ ਦੇ ਵਿੱਚ? ਪਹਿਲੇ ਜਿਹੜੀ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ, PMH 11 ਕਿਸਮ ਹੈਗੀ ਹੈ, ਦੋਗਲੀ ਕਿਸਮ ਹੈ।
PMH ਇੱਕ ਜਿਹੜੀ ਹੈਗੀ ਦੋਗਲੀ ਕਿਸਮ ਹੈਗੀ ਹੈ, ਤੇ ਇਹਦੇ ਨਾਲ ਇਹਦੇ ਰਵਾਇਤੀ ਕਿਸਮਾਂ ਜਿਹੜੀਆਂ ਪੁਰਾਣੀਆਂ ਚੱਲਦੀਆਂ ਸੀ, ਕੰਪੋਜ਼ਿਟ ਕਿਸਮਾਂ ਵੀ ਨੇ, ਪ੍ਰਭਾਤ ਕਿਸਮ ਹੈਗੀ ਹੈ, ਤੇ ਇੱਕ JC 12 ਨੰਬਰ ਕਿਸਮ ਹੈਗੀ ਹੈ ਜਿਹੜੀ ਇਸ ਸਾਲ ਨਵੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਉਹ ਕਿਸਮ ਦੀ ਕਾਸ਼ਤ ਕਰਕੇ ਵੀ ਆਪਾਂ ਚੰਗਾ ਝਾੜ ਲੈ ਸਕਦੇ ਹਾਂ। ਇਹਨਾਂ ਜਿਹੜੀਆਂ ਕਿਸਮਾਂ ਦਾ ਜਿਹੜਾ ਸਮਾਂ ਪੱਕਣ ਦਾ, ਜਿਵੇਂ ਪਹਿਲੇ ਗੱਲ ਕੀਤੀ ਹੈ 95 ਤੋਂ 100 ਦਿਨ ਹੈ, ਤੇ ਝਾੜ ਜਿਹੜਾ ਹੈਗਾ ਇਹਨਾਂ ਦਾ ਰਵਾਇਤੀ ਕਿਸਮਾਂ ਦਾ ਝਾੜ 18 ਤੋਂ 20 ਕੁਇੰਟਲ ਹੈ, ਤੇ ਜਿਹੜੀਆਂ ਦੋਗਲੀਆਂ ਕਿਸਮਾਂ ਉਹਨਾਂ ਦਾ ਜਿਹੜਾ ਹੈਗਾ 22 ਤੋਂ 25 ਕੁਇੰਟਲ ਆਪਾਂ ਝਾੜ ਲੈ ਸਕਦੇ ਹਾਂ। ਗਿਆ ਚੰਗਾ ਝਾੜ ਹੈ ਬਈ। ਤੇ ਦੂਜੀ ਜਿਹੜੀ ਕੈਟਾਗਰੀ ਆਪਣੇ ਕੋਲ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ, ਉਹਦੇ 'ਚ PMH 2 ਕਿਸਮ ਹੈਗੀ ਹੈ, ਪ੍ਰਕਾਸ਼ ਕਿਸਮ ਹੈਗੀ ਹੈ। ਇਹ ਦੋਨੋਂ ਦੋਗਲੀਆਂ ਕਿਸਮਾਂ ਨੇ। ਤੇ ਮੇਗਾ ਕਿਸਮ ਹੈ ਖਾਸ ਤੌਰ ਤੇ ਕੰਢੀ ਇਲਾਕੇ ਵਾਸਤੇ, ਜਿੱਥੇ ਪਾਣੀ ਦੀ ਘਾਟ ਹੈ ਉਹਨਾਂ ਇਲਾਕਿਆਂ ਵਾਸਤੇ ਇਹ ਜਿਹੜੀ ਹੈਗੀ ਰਵਾਇਤੀ ਕਿਸਮ ਹੈ ਜੀ। ਜਿਹੜੀਆਂ ਦੋਗਲੀਆਂ ਕਿਸਮਾਂ ਹੈ ਉਹਨਾਂ ਦਾ ਆਪਾਂ 16 ਤੋਂ 18 ਕੁਇੰਟਲ ਝਾੜ ਲੈ ਸਕਦੇ ਹਾਂ, ਤੇ ਇਹ ਸਾਡੇ ਖੇਤ ਖਾਲੀ ਹੋਣਗੇ ਤਕਰੀਬਨ 80-85 ਦਿਨ 'ਚ, ਯਾਨੀ ਕਿ ਉਹਨਾਂ ਤੋਂ 10-15 ਦਿਨ ਪਹਿਲੇ ਆਪਣੇ ਖੇਤ ਖਾਲੀ ਹੋ ਜਾਂਦੇ ਆ। ਠੀਕ। ਘੱਟ ਸਮਾਂ ਲੈਣਗੀਆਂ, ਘੱਟ ਪਾਣੀ ਲੈਣਗੀਆਂ, ਛੇਤੀ ਪੱਕ ਜਾਣਗੀਆਂ ਆਪਣਾ, ਤੇ ਆਪਾਂ ਉਹਨਾਂ ਤੋਂ ਝਾੜ ਲੈ ਸਕਦੇ ਹਾਂ। ਪੌਣੇ 3 ਮਹੀਨੇ ਦਾ ਖੇਡ ਹੈ ਜੀ। ਹਾਂਜੀ ਬਿਲਕੁਲ ਜੀ। ਅੱਛਾ ਡਾਕਟਰ ਸਾਹਿਬ, ਬਾਕੀ ਫਸਲਾਂ ਵਾਂਗੂ ਇਹ ਬੀ ਨੂੰ ਕੋਈ ਟੀਕਾ ਲਾਉਣਾ ਪੈਂਦਾ ਸੋਧਣ ਲਈ? ਬਿਲਕੁਲ ਮਿੱਠਾ ਸਿੰਘ ਜੀ, ਇਹ ਤਾਂ ਬਹੁਤ ਤੁਸੀਂ ਵਧੀਆ ਸਵਾਲ ਕੀਤਾ ਹੈਗਾ, ਕਿਉਂਕਿ ਜਦੋਂ ਆਪਾਂ ਕਿਸੇ ਵੀ ਫਸਲ ਦੀ ਆਪਾਂ ਬਿਜਾਈ ਕਰਨੀ ਹੈ, ਆਪਾਂ ਜੇ ਉਹਨੂੰ ਬੀਜ ਨੂੰ ਪਹਿਲੇ ਸੋਧ ਲਈਏ ਥੋੜਾ ਬਹੁਤ, ਤਾਂ ਉਹਦੇ ਤੋਂ ਜਿਹੜੇ ਫਾਇਦੇ ਹੁੰਦੇ ਆ ਬਾਅਦ ਵਿੱਚ ਕਈ ਵਾਰੀ ਸਾਨੂੰ ਉਹ ਤੋਂ ਆਪਾਂ ਵਾਂਝੇ ਰਹਿ ਜੰਨੇ, ਉਹਨਾਂ ਫਾਇਦਾ ਆਪਾਂ ਬਾਅਦ ਵਿੱਚ ਨਹੀਂ ਲੈ ਸਕਦੇ। ਮੱਕੀ ਦੇ ਵਿੱਚ ਇੱਕ ਕੰਸੋਰਸ਼ੀਅਮ ਟੀਕਾ ਇੱਕ ਬਣਾਇਆ ਹੈ ਯੂਨੀਵਰਸਿਟੀ ਨੇ, ਇਹਦਾ ਅੱਧਾ ਕਿਲੋ ਦਾ ਪੈਕੇਟ ਸਾਨੂੰ ਮਿਲਦਾ ਯੂਨੀਵਰਸਿਟੀ। ਦੁਬਾਰਾ ਦੱਸਿਓ। ਕੰਸੋਰਸ਼ੀਅਮ ਜਾਂ ਇਹਨੂੰ ਕਹਿ ਲਓ ਜੀਵਾਣੂ ਖਾਦ ਕਹਿ ਲੈਂਦੇ ਆ ਪੰਜਾਬੀ 'ਚ ਆਪਾਂ ਕਹੀਏ ਇਹਨੂੰ। ਜੀ ਜੀ। ਇਹਦਾ ਟੀਕਾ ਆਪਾਂ ਲਾਉਣਾ ਹੈਗਾ, ਤੇ ਅੱਧੇ ਕਿਲੋ ਦਾ ਪੈਕੇਟ ਹੈ, ਕਾਲੇ ਰੰਗ ਦਾ ਪਾਊਡਰ ਹੁੰਦਾ, ਇਹਨੂੰ ਆਪਾਂ ਲੈ ਲੈਣਾ, ਭਾਵੇਂ ਯੂਨੀਵਰਸਿਟੀ ਤੋਂ ਲੈ ਲਈਏ, ਭਾਵੇਂ ਸਾਡੇ KVKs ਨੇ ਉੱਥੇ ਮਿਲ ਜਾਂਦਾ, ਜਿੱਥੋਂ ਵੀ ਆਪਾਂ ਨੇੜੇ ਪੈਂਦਾ ਆਪਣਾ ਏਰੀਆ ਉੱਥੋਂ ਲੈ ਕੇ 1 ਲੀਟਰ ਪਾਣੀ 'ਚ ਘੋਲ ਲੈਣਾ, ਤੇ ਉਹਦੇ ਬਾਅਦ ਆਪਾਂ 1 ਕਿੱਲੇ ਦਾ ਬੀਜ ਜਿਹੜਾ 8 ਕਿਲੋ ਬੀਜ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਰਲਾ ਦੇਣਾ। ਅੱਧਾ ਕਿਲੋ ਚ ਅੱਧਾ ਕਿਲੋ ਪਾਊਡਰ ਦਾ ਜਿਹੜਾ ਪੈਕੇਟ ਹੈ 1 ਲੀਟਰ ਪਾਣੀ 'ਚ ਘੋਲ ਕੇ ਤੇ 8 ਕਿਲੋ ਬੀਜ ਦੇ ਵਿੱਚ ਉਹਨੂੰ ਰਲਾ ਦੇਣਾ ਚੰਗੀ ਤਰ੍ਹਾਂ ਪੱਕੇ ਫਰਸ਼ ਦੇ ਉੱਪਰ, ਤੇ ਛਾਵੇਂ ਸੁਕਾ ਲੈਣਾ। ਹਾਂ, ਧੁੱਪੇ ਨਹੀਂ ਸੁਕਾਉਣਾ। ਧੁੱਪੇ ਨਹੀਂ ਸੁਕਾਉਣਾ, ਨਹੀਂ ਤਾਂ ਉਹਦਾ ਨੁਕਸਾਨ ਹੋ ਜਾਊਗਾ ਆਪਾਂ ਨੂੰ। ਛਾਵੇਂ ਸੁਕਾ ਕੇ ਨਾਲ ਹੀ ਆਪਾਂ ਤੇ ਬਿਜਾਈ ਕਰ ਦਈਏ, ਤੇ ਆਪਣਾ ਇਹਦੇ ਨਾਲ ਕੀ ਹੋਏਗਾ, ਝਾੜ ਵੀ ਵਧੇਗਾ, ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੂਗੀ, ਤੇ ਕੀੜਾ ਵੀ ਘੱਟ ਲੱਗੂਗਾ ਇਹਦੇ। ਠੀਕ। ਤੇ ਇਹ ਆਪਾਂ ਇਹਦੀ ਸੋਧ ਕਰਕੇ ਬੀਜੀਏ ਤਾਂ ਬਾਅਦ ਵਿੱਚ ਆਪਾਂ ਨੂੰ ਝਾੜ ਵਿੱਚ ਮੁਨਾਫਾ ਹੁੰਦਾ ਇਹਦੇ ਨਾਲ। ਅੱਛਾ ਡਾਕਟਰ ਸਾਹਿਬ, ਇਹ ਜਿਹੜੀ ਆਪਾਂ ਸਾਉਣੀ ਦੀ ਮੱਕੀ ਬੀਜਣੀ ਆ ਹੁਣ, ਜੀ, ਇਹਦੇ ਵਾਸਤੇ ਤੇ ਦੂਜੀ ਮੱਕੀ ਕੋਈ ਖਾਦਾਂ ਦਾ ਫਰਕ ਵੀ ਹੈ? ਕਿਹੜੀਆਂ ਪਾਣੀਆਂ? ਬਿਲਕੁਲ ਜੀ ਬਿਲਕੁਲ। ਖਾਦਾਂ ਦੇ ਨਾਲ ਹੀ ਆਪਣੀ ਦੇਖੋ ਜਿੰਨੀ ਫਸਲ ਨੇ ਉੱਠਣਾ ਖਾਦ ਦੇ ਨਾਲ ਹੀ ਚੱਲਣਾ ਹੈ। ਆਪਾਂ ਸਾਰੇ ਜਾਣਦੇ ਆ ਜਿਹੜੀ ਮੱਕੀ ਜਿਹੜੇ ਰਵਾਇਤੀ ਬੀਜਦੇ ਹੈ, ਪੁਰਾਣੇ ਕਿਸਾਨ ਵੀਰ ਮੇਰੇ ਬੀਜਦੇ ਆ, ਉਹਨਾਂ ਨੂੰ ਪਤਾ ਹੈ ਕਿ ਆਪਾਂ ਜੇ ਰੂੜੀ ਦੀ ਖਾਦ ਪਾ ਲਈਏ ਮੱਕੀ ਬਹੁਤ ਮੰਨਦੀ ਆ ਉਹਨੂੰ, ਤੇ ਰੂੜੀ ਦੀ ਖਾਦ ਜੇ ਆਪਣੇ ਕੋਲ ਅਵੇਲੇਬਲ ਹੈਗੀ ਹੈ, ਉਪਲਬਧ ਹੈਗੀ ਹੈ, ਤਾਂ ਆਪਾਂ 6 ਤੋਂ 8 ਟਨ ਰੂੜੀ ਦੀ ਖਾਦ ਪਾ ਲਈਏ ਤਾਂ ਬਹੁਤ ਵਧੀਆ ਖੇਤ ਆਪਣਾ ਤਿਆਰ ਹੋ ਜਾਂਦਾ ਮੱਕੀ ਵਾਸਤੇ। ਜੇ ਆਪਣੇ ਕੋਲ ਨਹੀਂ ਹੈਗੀ ਰੂੜੀ ਦੀ ਖਾਦ, ਫਿਰ ਆਪਣੇ ਕੋਲ ਦੂਜੀਆਂ ਜਿਹੜੀਆਂ ਖਾਦਾਂ ਨੇ ਯੂਰੀਆ, DAP, ਉਹਨਾਂ ਦੀ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਪਰ ਉਹਦੇ ਵਿੱਚ ਵੀ ਅਸੀਂ ਇੱਕ ਗੱਲ ਕਹਿੰਦੇ ਆ ਕਿਸਾਨ ਵੀਰਾਂ ਨੂੰ, ਹਮੇਸ਼ਾ ਹੀ ਗੁਜ਼ਾਰਿਸ਼ ਕਰਦੇ ਆ ਕਿ ਖਾਦਾਂ ਪਾਉਣ ਤੋਂ ਪਹਿਲੇ ਆਪਾਂ ਮਿੱਟੀ ਟੈਸਟ ਜ਼ਰੂਰ ਕਰਾਈਏ। ਹਾਂ ਜੀ, ਵੀ ਜ਼ਮੀਨ ਦੀ ਤਿਆਰੀ ਵਾਸਤੇ ਆਪਾਂ ਨੂੰ ਥੋੜੇ ਬਿਲਕੁਲ ਜੀ, ਬਿਲਕੁਲ ਸਵੇਦਾਰ ਜੀ, ਕਿਉਂਕਿ ਜਦੋਂ ਤੱਕ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਣੀ ਘਾਟ ਕਿਸ ਚੀਜ਼ ਦੀ ਹੈ, ਕਿਹੜੀ ਆਪਾਂ ਖਾਦ ਕਿੰਨੀ ਪਾਣੀ, ਆਪਾਂ ਨੂੰ ਪਤਾ ਨਹੀਂ ਲੱਗਣਾ। ਠੀਕ। ਜੇ ਆਪਾਂ ਮਿੱਟੀ ਟੈਸਟ ਕਰਾ ਲਾਂਗੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਵੀ ਕਿਹੜੀ ਇਹਦੇ 'ਚ ਤੱਤ ਦੀ ਘਾਟ ਹੈਗੀ, ਆਪਾਂ ਉਹਨੂੰ ਵਧਾ ਸਕਦੇ ਹਾਂ। ਜੇ ਆਪਾਂ ਨੂੰ ਪਤਾ ਨਹੀਂ ਹੋਏਗਾ ਤਾਂ ਫਿਰ ਆਪਾਂ ਜਿਹੜੀ ਜਨਰਲ ਸਿਫਾਰਿਸ਼ ਹੈਗੀ ਹੈ, ਜੇ ਆਪਾਂ ਮਿੱਟੀ ਟੈਸਟ ਨਹੀਂ ਕਰਾ ਸਕਦੇ, ਮੰਨ ਲਓ ਕਿਸਾਨ ਵੀਰ ਕਹਿੰਦਾ ਵੀ ਮੇਰੇ ਕੋਲ ਨਹੀਂ ਆ ਪੰਗਾ ਹੁੰਦਾ, ਤਾਂ ਫਿਰ ਇੱਕ ਜਿਹੜੀ ਜਨਰਲ ਸਿਫਾਰਿਸ਼ ਹੈਗੀ ਉਹ ਇਸ ਤਰ੍ਹਾਂ ਹੈਗੀ ਹੈ, ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਾਸਤੇ ਸਿਫਾਰਿਸ਼ ਕੀਤੀ ਜਾਂਦੀ ਹਮੇਸ਼ਾ, ਜਿਹੜੀ ਇਹੋ ਜਿਹੀ ਕੀਤੀ ਜਾਂਦੀ ਹੈ। ਉਹਦੇ ਵਿੱਚ 55 ਕਿਲੋ ਆਪਾਂ DAP ਖਾਦ ਪਾਣੀ ਹੈਗੀ, ਤੇ ਉਹਦੇ ਨਾਲ ਆਪਾਂ 90 ਕਿਲੋ ਯੂਰੀਆ ਪਾਉਣਾ ਹੈ। 55 ਕਿਲੋ DAP ਤੇ 90 ਕਿਲੋ 90 ਕਿਲੋ ਯੂਰੀਆ ਪਾਉਣਾ ਹੈ, ਜਿਹੜੀਆਂ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਉਹਨਾਂ ਵਾਸਤੇ। ਠੀਕ ਹੈ ਜੀ। ਸਮਾਂ ਘਟੇਗਾ, ਖਾਦ ਦੀ ਲੋੜ ਵੀ ਘਟੇਗੀ। ਠੀਕ ਹੈ। ਤੇ ਜਿਹੜੀ ਪੋਟਾਸ਼ ਹੈਗੀ ਆਮ ਤੌਰ ਤੇ ਪੰਜਾਬ ਦੇ ਆਪਣੇ ਜ਼ਮੀਨਾਂ ਪੂਰੀਆਂ ਨੇ, ਘਾਟ ਨਹੀਂ ਹੈਗੀ। ਜੇ ਕਿਤੇ ਲੱਗਦਾ ਹੈ ਕਿ ਪਤਾ ਲੱਗ ਜੇ ਕਿ ਵੀ ਘਾਟ ਹੈਗੀ ਹੈ ਮਿੱਟੀ ਟੈਸਟ ਤੋਂ, ਤਾਂ ਆਪਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਵੀ ਪਾ ਸਕਦੇ ਹੈਗੇ, ਨਹੀਂ ਤਾਂ ਆਮ ਤੌਰ ਤੇ ਪਾਉਣ ਦੀ ਲੋੜ ਨਹੀਂ ਪੈਂਦੀ ਸਾਨੂੰ। ਠੀਕ ਹੈ। ਜੋ ਦੂਜੀ ਜਿਹੜੀ ਕਿਸਮ ਹੈਗੀ ਆਪਣੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ, ਉਹਦੇ ਵਿੱਚ ਆਪਾਂ ਖਾਦ ਦੀ ਜਿਹੜੀ ਵਰਤੋਂ ਕਰਨੀ ਹੈਗੀ 35 ਕਿਲੋ ਆਪਾਂ DAP ਪਾਣੀ ਹੈ, ਤੇ 65 ਕਿਲੋ ਯੂਰੀਆ ਪਾਉਣਾ ਹੈ। ਯਾਨੀ ਖਾਦ ਦੀ ਮਾਤਰਾ ਆਪਾਂ ਘਟਾ ਲੈਣੀ, ਕਿਉਂਕਿ ਸਮਾਂ ਘਟ ਗਿਆ, ਉਹਦੀ ਲੋੜ ਵੀ ਘਟ ਗਈ। ਲੋੜ ਘਟ ਜਾਏਗੀ। ਜੇ ਪੋਟਾਸ਼ ਦੀ ਲੋੜ ਹੈਗੀ ਤਾਂ ਆਪਾਂ 15 ਕਿਲੋ ਪੋਟਾਸ਼ ਪਾ ਲੈਣੀ ਹੈਗੀ ਹੈ। ਤੇ ਇਹਨਾਂ ਦਾ ਢੰਗ ਜ਼ਰੂਰ ਧਿਆਨ ਰੱਖਣਾ ਕਿ ਆਪਾਂ ਜਿਹੜੀ ਖਾਦਾਂ ਦੀ ਵਰਤੋਂ ਕਰਨੀ ਹੈਗੀ ਹੈ ਉਹ ਕਿਵੇਂ ਕਰਨੀ ਹੈ। ਜਿਹੜੀ ਮੈਂ ਗੱਲ ਕੀਤੀ ਹੈਗੀ DAP ਖਾਦ ਪਾਣੀ ਹੈ ਜਾਂ ਪੋਟਾਸ਼ ਪਾਣੀ ਹੈਗੀ ਹੈ, ਇਹ ਆਪਾਂ ਬਿਜਾਈ ਤੋਂ ਪਹਿਲੇ ਜਦੋਂ ਆਪਾਂ ਆਖਰੀ ਵਾਹੀ ਕਰਨੀ ਉਦੋਂ ਆਪਾਂ ਪਾ ਦੇਣੀ ਹੈ।
ਤੇ ਤੀਜਾ ਹਿੱਸਾ ਜਿਹੜੀ ਆਪਣੀ ਯੂਰੀਆ ਦੀ ਖਾਦ ਹੈ ਉਹਦਾ ਆਪਾਂ ਬਿਜਾਈ ਵੇਲੇ ਪਾ ਦੇਣਾ। ਬਿਜਾਈ ਜਦੋਂ ਆਖਰੀ ਵਾਹੀ ਕੀਤੀ ਉਹਦੇ ਨਾਲ ਹੀ ਆਪਾਂ ਛੱਟਾ ਦੇ ਕੇ ਵਿੱਚ ਰਲਾਤਾ। ਉਹਦੇ ਬਾਅਦ ਆਪਾਂ ਬੱਟਾਂ ਕੀੜਾਂ ਕੱਢ ਲਈਆਂ, ਬੱਟਾਂ ਕੱਢ ਲਈਆਂ, ਜੋ ਵੀ ਕਰਨਾ ਕਰਕੇ ਤੇ ਉਹਦੇ ਬਾਅਦ ਆਪਾਂ ਬਿਜਾਈ ਕਰਨੀ ਹੈ ਜੀ। ਠੀਕ। ਬਾਕੀ ਜਿਹੜੀ ਆਪਣੀ ਯੂਰੀਆ ਦੇ ਰਹਿ ਗਈ ਖਾਦ 2 ਹਿੱਸੇ, ਉਹ ਆਪਾਂ ਜਦੋਂ ਬਾਅਦ ਵਿੱਚ ਜਦੋਂ ਮੱਕੀ ਨੂੰ ਆਪਾਂ ਮਿੱਟੀ ਚੜਾਉਣੀ ਹੈ ਮਹੀਨੇ ਕੁ ਬਾਅਦ ਆਪਾਂ ਜਦੋਂ ਗੋਡੇ ਗੋਡੇ ਮੱਕੀ ਹੋ ਗਈ, ਜਦੋਂ ਮੱਕੀ ਨਿਸਾਰੇ ਤੇ ਆਉਣ ਲੱਗਣੀ, ਉਹ ਤੋਂ ਪਹਿਲੇ ਆਪਾਂ ਖਾਦ ਪਾ ਦੇਣੀ ਹੈਗੀ। ਸੋ ਨਿਸਾਰੇ ਤੋਂ ਪਹਿਲੇ ਆਪਾਂ ਸਾਰੀ ਖਾਦ ਮੱਕੀ ਨੂੰ ਪਾ ਦੇਣੀ ਹੈਗੀ। ਉਹ ਤੋਂ ਬਾਅਦ ਆਪਾਂ ਮੱਕੀ ਨੂੰ ਖਾਦ ਨਹੀਂ ਪਾਣੀ, ਠੀਕ। ਕਿਉਂਕਿ ਉਹਦਾ ਜਿਹੜਾ ਅਸਰ ਹੋਣਾ ਹੈ ਉਹ ਉਦੋਂ ਤੱਕ ਹੋ ਜਾਣਾ ਹੈ। ਜੇ ਉਹਦੇ ਬਾਅਦ ਆਪਾਂ ਖਾਦ ਪਾਉਂਦੇ ਰਹਾਂਗੇ ਤਾਂ ਬੂਟਾ ਵਾਧੇ ਵੱਲ ਨੂੰ ਤੁਰਦਾ ਰਹੂਗਾ, ਦਾਣੇ ਘਟ ਜਾਣਗੇ, ਆਪਣਾ ਵਜਨ ਘਟ ਜਾਊਗਾ, ਝਾੜ ਘਟ ਜਾਊਗਾ। ਇੱਕ ਮੈਂ ਭੁੱਲ ਗਿਆ ਤਾਂ ਜੀ ਗੱਲ ਛੋਟੀ ਜੀ, ਹਾਂਜੀ ਵੀ ਆਪਾਂ ਹਰ ਇੱਕ ਜਦ ਫਸਲ ਬੀਜਦੇ ਆ ਜੀ, ਜ਼ਮੀਨ ਨੂੰ ਤਿਆਰ ਕਰਦੇ ਆ। ਬਿਲਕੁਲ ਜੀ, ਬਿਲਕੁਲ। ਇਹ ਮੱਕੀ ਵਾਸਤੇ ਆਪਾਂ ਨੇ ਕਿਸ ਤਰ੍ਹਾਂ ਤਿਆਰੀ ਕਰਨੀ ਹੈ? ਬਿਲਕੁਲ ਜੀ, ਆਪਾਂ ਜੇ ਜ਼ਮੀਨ ਦੀ ਤਿਆਰੀ ਨਹੀਂ ਕੀਤੀ ਤਾਂ ਕੋਈ ਮਾਇਨੇ ਨਹੀਂ ਖਾਦ ਪਾਣ ਦੇ, ਕੋਈ ਮਾਇਨੇ ਨਹੀਂ ਆਪਾਂ ਬੀ ਵਧੀਆ ਲੈਣ ਦੇ। ਇਹ ਬਹੁਤ ਵਧੀਆ ਤੁਸੀਂ ਇਹ ਮੁੱਦਾ ਚੁੱਕਿਆ ਹੈ ਕਿ ਆਪਾਂ ਜ਼ਮੀਨ ਦੀ ਤਿਆਰੀ ਕਿੱਦਾਂ ਕਰਨੀ ਹੈ। ਕਿਉਂਕਿ ਜਿਵੇਂ ਪਹਿਲੇ ਗੱਲ ਕੀਤੀ ਹੈ ਤੁਹਾਡੇ ਨਾਲ ਸਾਂਝ ਪਾਈ ਹੈਗੀ ਕਿ ਆਪਾਂ ਇੱਕ ਬੂਟਾ ਹੈਗਾ ਤੇ ਇੱਕ ਛੱਲੀ ਹੈ। ਜਿੱਥੇ ਢੇਲੇ ਰਹਿ ਗਏ, ਡਲੇ ਰਹਿ ਗਏ, ਦਾਣਾ ਉਹਦੇ ਥੱਲੇ ਆ ਗਿਆ, ਉਹਨੇ ਉੱਗਣਾ ਨਹੀਂ। ਸੋ ਮੇਰਾ ਕਹਿਣ ਤੋਂ ਮੁਰਾਦ ਕਿ ਆਪਾਂ ਜਦੋਂ ਖੇਤ ਤਿਆਰ ਕਰਨਾ 4-5 ਵਾਰੀ ਆਪਾਂ ਖੇਤ ਨੂੰ ਚੰਗੀ ਤਰ੍ਹਾਂ ਵਾਹਣਾ, ਚੰਗੀ ਵਹਾਈ ਕਰਨੀ, ਉਹਦੇ ਬਾਅਦ ਆਪਾਂ ਸੁਹਾਗਾ ਵੀ ਮਾਰਨਾ ਤਾਂ ਕਿ ਉਹਦੇ ਡਲੀ ਜਿਹੜੀ ਹੈ ਉਹ ਟੁੱਟ ਜੇ ਚੰਗੀ ਤਰ੍ਹਾਂ। ਉਹਦੀ ਠੀਕ। ਡਲੀ ਟੁੱਟ ਜੇ, ਬਿਲਕੁਲ ਭੁਰਭੁਰੀ ਮਿੱਟੀ ਹੋ ਜੇ, ਸ਼ੱਕਰ ਵਰਗੀ ਕਰਨੀ ਆ। ਬਿਲਕੁਲ ਸ਼ੱਕਰ ਵਰਗੀ ਕਰਨੀ ਹੈ। ਜਦੋਂ ਤੱਕ ਸ਼ੱਕਰ ਵਰਗੀ ਮਿੱਟੀ ਨਹੀਂ ਬਣੂਗੀ, ਆਪਣਾ ਜਿਹੜਾ ਜੰਮ ਪੂਰਾ ਨਹੀਂ ਹੋਣਾ ਤੇ ਆਪਾਂ ਨੂੰ ਝਾੜ 'ਚ ਨੁਕਸਾਨ ਦਾ ਅੰਦੇਸ਼ਾ ਬਣਿਆ ਰਹੂਗਾ। ਇਸ ਕਰਕੇ ਆਪਾਂ ਖੇਤ ਦੀ ਤਿਆਰੀ ਕਰਨ ਲੱਗਿਆਂ ਜ਼ਰੂਰ ਧਿਆਨ ਰੱਖਣਾ ਕਿ ਆਪਣੇ ਖੇਤ ਚੰਗੀ ਤਰ੍ਹਾਂ ਤਿਆਰ ਹੋ ਜਾਣ, ਫਿਰ ਹੀ ਆਪਾਂ ਬਿਜਾਈ ਕਰੀਏ। ਨਹੀਂ ਤਾਂ ਜਿੱਥੇ ਡਲੇ ਦੇ ਥੱਲੇ ਦਾਣਾ ਆ ਗਿਆ, ਉੱਗਣਾ ਨਹੀਂ, ਉਹਨੇ ਆਪਣਾ ਝਾੜ ਤੇ ਮਾੜਾ ਅਸਰ ਪਈ ਜਾਣਾ। ਪਾਉਣਾ ਹੀ ਪਾਉਣਾ ਹੈ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਗੱਲ ਆ, ਆਪਾਂ ਇੰਨੇ ਹੀਲੇ ਕਰ ਲਏ, ਹਾਂਜੀ, ਸਭ ਕੁਝ ਕਰ ਲਿਆ, ਤੁਸੀਂ ਦੱਸਿਆ, ਖਾਦਾਂ ਦਾ ਵੀ ਦੱਸਤਾ, ਪਰ ਕਈ ਵਾਰੀ ਫੇਰ ਵੀ ਦੇਖਣ 'ਚ ਆਇਆ ਬਈ ਛੋਟੇ ਛੋਟੇ ਖੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ। ਬਿਲਕੁਲ ਜੀ। ਉਹ ਕਿਉਂ ਆਉਂਦੀ ਹੈ ਤੇ ਕਿਵੇਂ ਦੂਰ ਕਰੀਏ ਫਿਰ? ਮਿੱਠਾ ਸਿੰਘ ਜੀ, ਇਸ ਤਰ੍ਹਾਂ ਹੈਗਾ ਕਿ ਜਿਹੜੇ ਆਪਾਂ ਕੋਈ ਵੀ ਫਸਲ ਆਪਾਂ ਬੀਜਦੇ ਰਹਿੰਦੇ ਆ, ਖੁਰਾਕ ਜ਼ਮੀਨ ਵਿੱਚੋਂ ਫਸਲ ਨੇ ਲਈ ਜਾਣੀ ਹੈਗੀ ਹੈ। ਜਿਹੜੇ ਮੋਟੇ ਤੱਤ ਨੇ ਜਿਵੇਂ ਨਾਈਟ੍ਰੋਜਨ ਹੈ, ਫਾਸਫੋਰਸ ਹੈ, ਪੋਟਾਸ਼ ਹੈ, ਇਹ ਤਾਂ ਆਪਾਂ ਪਾਉਂਦੇ ਰਹਿੰਦੇ ਹਾਂ। ਹੁਣ ਕਈ ਤੱਤ ਇਹੋ ਜਿਹੇ ਨੇ ਜਿਨ੍ਹਾਂ ਦੀ ਘਾਟ ਆਪਾਂ ਨੋਟਿਸ ਨਹੀਂ ਕਰਦੇ ਜਾਂ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਦਾ। ਜਿਵੇਂ ਆਪਾਂ ਕਹਿੰਦੇ ਮੱਕੀ 'ਚ ਆਮ ਤੌਰ 'ਤੇ ਜਿਹੜੀ ਘਾਟ ਆਉਂਦੀ ਹੈ, ਜ਼ਿੰਕ ਦੀ ਘਾਟ ਆ ਜਾਂਦੀ ਹੈ। ਉਹਦੇ ਨਾਲ ਕੀ ਹੁੰਦਾ, ਪੱਤਿਆਂ 'ਤੇ ਜਿਹੜੇ ਹੈਗੇ ਚਿੱਟੇ ਚਿੱਟੇ ਲਾਈਨਾਂ ਪੈ ਜਾਂਦੀਆਂ ਹੈਗੀਆਂ, ਧਾਰੀਆਂ ਪੈ ਜਾਂਦੀਆਂ, ਤੇ ਆਪਾਂ ਨੂੰ ਪਤਾ ਲੱਗਦਾ ਵੀ ਜ਼ਿੰਕ ਦੀ ਘਾਟ ਆ ਗਈ। ਜ਼ਿੰਕ ਜੇ ਆਪਾਂ ਨੂੰ ਪਹਿਲੇ ਪਤਾ ਹੋਵੇ ਕਿ ਇਹਦੇ ਜ਼ਿੰਕ ਦੀ ਘਾਟ ਹੈ ਆਪਣੀ ਜ਼ਮੀਨ ਵਿੱਚ, ਤਾਂ ਆਪਾਂ ਪਹਿਲੇ ਹੀ ਉਹਦਾ ਜੁਗਾੜ ਕਰ ਲਈਏ। ਜਦੋਂ ਆਪਾਂ ਦੂਜੀ ਖਾਦਾਂ ਪਾਈਆਂ ਨਾਲ ਹੀ ਆਪਾਂ ਜ਼ਿੰਕ ਪਾ ਦਈਏ। ਜੇ ਆਪਾਂ ਨੂੰ ਖੁਦਾ ਨਾ ਖਾਸਤਾ ਪਤਾ ਨਹੀਂ ਲੱਗਿਆ, ਮੁੜ ਕੇ ਆਪਾਂ ਜਦੋਂ ਬੀਜ ਬਿਜਾਈ ਕਰ ਲਈ, ਬੂਟੇ ਬਾਹਰ ਨੂੰ ਨਿਕਲ ਆਏ, ਫਿਰ ਪਤਾ ਲੱਗਿਆ ਧਾਰੀਆਂ ਪੈ ਗਈਆਂ ਕਿ ਜ਼ਿੰਕ ਦੀ ਘਾਟ ਆ ਗਈ, ਫਿਰ ਆਪਾਂ ਉਹਦੇ ਵਿੱਚ ਕੀ ਕਰਨਾ ਹੈਗਾ ਕਿ ਜ਼ਿੰਕ ਸਲਫੇਟ ਲੈਣਾ 10 ਕਿਲੋ। ਇਹਦੇ ਵਿੱਚ 2 ਤਰ੍ਹਾਂ ਦੇ ਆਉਂਦੇ, ਇੱਕ 21% ਵਾਲਾ, ਇੱਕ 33% ਵਾਲਾ ਜੀ। 21% ਵਾਲਾ ਜੇ ਆਪਾਂ ਨੂੰ ਮਿਲਦਾ ਤਾਂ ਆਪਾਂ 10 ਕਿਲੋ ਜ਼ਿੰਕ ਸਲਫੇਟ ਪਾਣਾ, ਹੈਪਟਾ ਹਾਈਡਰੇਟ ਕਹਿੰਦੇ ਉਹਨੂੰ, ਤੇ ਦੂਜਾ ਮੋਨੋ ਹਾਈਡਰੇਟ ਹੈਗਾ ਉਹਨੂੰ, ਉਹ 33% ਵਾਲਾ ਹੈ। ਜੇ 33% ਵਾਲਾ ਹੈ ਤਾਂ ਆਪਾਂ 6.5 ਕਿਲੋ ਕਿੱਲੇ ਦੇ ਹਿਸਾਬ ਨਾਲ ਪਾ ਲੈਣਾ। ਜੇ 21% ਵਾਲਾ ਆਪਾਂ 10 ਕਿਲੋ ਕਿੱਲੇ ਦੇ ਹਿਸਾਬ ਨਾਲ ਪਾ ਲੈਣਾ। ਖੜੀ ਫਸਲ ਦੇ ਵਿੱਚ ਆਪਾਂ ਇਹ ਜਿਹੜਾ ਜ਼ਿੰਕ ਆਪਾਂ 10 ਕਿਲੋ ਜਾਂ 6.5 ਕਿਲੋ ਲਿਆ, ਆਪਾਂ ਉਤਨੀ ਮਿੱਟੀ 'ਚ ਰਲਾ ਲੈਣਾ ਤੇ ਛੱਟਾ ਦੇ ਦੇਣਾ ਖੇਤ ਦੇ ਵਿੱਚ। ਮੁੜ ਕੇ ਆਪਾਂ ਗੋਡੀ ਕਰ ਦਈਏ ਜਾਂ ਮਿੱਟੀ ਚੜਾ ਦਈਏ ਤੇ ਮੁੜ ਕੇ ਮਗਰ ਹੀ ਪਾਣੀ ਲਾ ਦਈਏ, ਉਹਦੇ ਨਾਲ ਆਪਣਾ ਇਹਦਾ ਸਮੱਸਿਆ ਦਾ ਹੱਲ ਹੋ ਜਾਊਗਾ। ਠੀਕ। ਤੇ ਇਹ ਜਦੋਂ ਜ਼ਿੰਕ ਦੀ ਘਾਟ ਪੂਰੀ ਹੋ ਜਾਊਗੀ ਤੇ ਜਿਹੜੇ ਧਾਰੀਆਂ ਤੇ ਧੱਬੇ ਪਏ ਇਹ ਵੀ ਹਟ ਜਾਣਗੇ ਤੇ ਝਾੜ ਵੀ ਚੰਗਾ ਹੋ ਜਾਏਗਾ। ਠੀਕ ਹੈ ਜੀ। ਇੱਕ ਜੀ ਇੱਕ ਕੋਈ ਪੱਤਾ ਰੰਗ ਚਾਰਟ ਜਿਹਾ ਬਣਾਇਆ ਹੋਇਆ ਹੋਆ ਜੀ, ਉਹ ਕਿਆ ਚੀਜ਼ ਆ ਉਹ? ਤੁਸੀਂ ਤਾਂ ਸੂਬੇਦਾਰ ਜੀ ਦੁਖਤੀ ਰੱਖਤੇ ਹੱਥ ਰੱਖਤਾ ਕਿਉਂਕਿ ਆਪਾਂ ਗੱਲ ਕਰਨ ਪਹਿਲਾਂ ਹੀ ਲੱਗਿਆ ਕਿ ਆਪਾਂ ਖਰਚੇ ਘਟਾਣੇ ਹੈ ਤੇ ਆਮਦਨ ਵਧਾਣੀ ਹੈ ਜੀ। ਹਾਂਜੀ ਹਾਂਜੀ। ਪੱਤਾ ਰੰਗ ਚਾਰਟ ਇੱਕ ਇਹੋ ਜਿਹੀ ਵਿਧੀ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ ਜਿਹਦੇ ਨਾਲ ਆਪਾਂ ਯੂਰੀਆ ਦੀ ਖਾਦ ਦੀ ਬਚਤ ਕਰ ਸਕਦੇ ਹਾਂ। ਜਿਵੇਂ ਮੈਂ ਪਹਿਲੇ ਗੱਲ ਕੀਤੀ ਕਿ 90 ਕਿਲੋ ਯੂਰੀਆ ਪਾਉਣਾ, ਪਰ ਇਹਦੇ ਵਿੱਚ ਆਪਾਂ ਕੀ ਕਰਨਾ ਹੈ, ਜੇ ਆਪਾਂ ਪੱਤਾ ਰੰਗ ਚਾਰਟ ਲੈ ਲਈਏ, ਇਹਦੇ ਵਿੱਚ ਇੱਕ ਜਿਵੇਂ ਕਾਰਡ ਹੁੰਦਾ, ਆਪਣਾ ਪੋਸਟ ਕਾਰਡ ਹੁੰਦਾ, ਉੱਦਾਂ ਦੀ ਇੱਕ ਪੱਟੀ ਹੁੰਦੀ ਹੈ। ਉਹਦੇ ਤੇ 6 ਰੰਗ ਦੀਆਂ ਅਲੱਗ-ਅਲੱਗ ਰੰਗ ਦੀਆਂ ਪੱਟੀਆਂ ਬਣੀਆਂ ਹੁੰਦੀਆਂ ਉਹਦੇ ਉੱਪਰ। ਠੀਕ ਹੈ ਜੀ। ਜਦੋਂ ਆਪਾਂ ਫਸਲ ਬੀਜ ਲਈ, 21 ਦਿਨ ਦੀ ਫਸਲ ਹੋ ਗਈ, ਆਪਾਂ ਉਹਨੂੰ ਲੈ ਕੇ ਆਪਣੇ ਖੇਤ ਦੇ ਵਿੱਚ ਜਾਣਾ ਤੇ ਉੱਪਰਲਾ ਜਿਹੜਾ ਪੱਤਾ ਹੈ ਮੱਕੀ ਦਾ, ਉਹਦੇ ਨਾਲ ਆਪਾਂ ਉਹਦਾ ਰੰਗ ਮਿਲਾਣਾ ਚਾਰਟ ਦੇ ਨਾਲ। ਚਾਰਟ ਦੇ ਨਾਲ ਜਿਹੜੀਆਂ 6 ਪੱਟੀਆਂ ਬਣੀਆਂ, ਉਹਦੀ 5 ਨੰਬਰ ਪੱਟੀ ਦੇ ਨਾਲ ਉਹਦਾ ਰੰਗ ਮਿਲਾਣਾ ਆਪਾਂ। ਜੇ ਰੰਗ ਫਿੱਕਾ ਹੈਗਾ ਤਾਂ ਆਪਾਂ ਨੂੰ ਖਾਦ ਪਾਉਣ ਦੀ ਲੋੜ ਹੈਗੀ ਹੈ। ਜੇ ਪੱਤੇ ਦਾ ਰੰਗ ਗੂੜਾ ਹੈਗਾ ਤਾਂ ਫਿਰ ਆਪਾਂ ਨੂੰ ਖਾਦ ਪਾਉਣ ਦੀ ਲੋੜ ਨਹੀਂ ਹੈਗੀ। ਯਾਨੀ ਕਿ ਪਹਿਲੇ ਆਪਾਂ 25 ਕਿਲੋ ਖਾਦ ਯੂਰੀਆ ਪਾਣੀ ਹੈ ਇਕੱਲੀ ਬਸ ਬਿਜਾਈ ਵੇਲੇ,
ਉਹਦੇ ਬਾਅਦ ਜੇ ਰੰਗ ਗੂੜਾ ਹੈਗਾ ਤਾਂ ਆਪਾਂ ਨੂੰ ਹੋਰ ਪਾਉਣ ਦੀ ਲੋੜ ਨਹੀਂ। ਜੇ ਰੰਗ ਫਿੱਕਾ ਹੈਗਾ ਤਾਂ ਫਿਰ 25 ਕਿਲੋ ਆਪਾਂ ਹੋਰ ਪਾ ਦੇਣੀ ਹੈ। ਤੇ ਆਪਾਂ ਹਰ 10 ਦਿਨਾਂ ਬਾਅਦ ਇਹ ਕੰਮ ਕਰਨਾ ਖੇਤ ਦੇ ਵਿੱਚ, ਉਹਨੂੰ ਚੈੱਕ ਕਰਨਾ। ਚੈੱਕ ਕਰਦੇ ਰਹਿਣਾ ਆਪਾਂ। ਇਹ ਚਾਰਟ ਮਿਲ ਜਾਂਦਾ ਆਪਾਂ ਨੂੰ ਜਿੱਥੋਂ? ਆਪਾਂ 35-40 ਰੁਪਏ ਦਾ ਚਾਰਟ ਮਿਲ ਜਾਂਦਾ ਯੂਨੀਵਰਸਿਟੀ ਤੋਂ, ਜਿੱਥੋਂ ਮਰਜ਼ੀ ਲੈ ਲਓ, ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲੈ ਲਓ, ਯੂਨੀਵਰਸਿਟੀ ਦੇ ਆਪਾਂ ਬੀਜਾਂ ਦੀ ਦੁਕਾਨ ਤੋਂ ਲੈ ਲਓ, ਕਮਿਊਨੀਕੇਸ਼ਨ ਸੈਂਟਰ ਤੋਂ ਲੈ ਲਓ, ਜਾਂ ਉੱਥੋਂ ਸੋਇਲ ਡਿਪਾਰਟਮੈਂਟ ਤੋਂ। ਇਹ ਜਾਂ ਫਿਰ ਮਾਹਰਾਂ ਦਾ ਇਹੋ ਹੀ ਫਾਇਦਾ ਆਪਣਾ ਸੂਬੇਦਾਰ ਸਾਹਿਬ। ਇਹਦੀ ਵਰਤੋਂ ਕਰਕੇ ਆਪਾਂ ਖੇਤੀ ਖਰਚਾ ਘਟਾ ਸਕਦੇ ਹਾਂ, ਯੂਰੀਆ ਦੀ ਵਰਤੋਂ ਘਟਾ ਸਕਦੇ ਹਾਂ, ਤਾਂ ਆਪਾਂ ਮੁਨਾਫਾ, ਖਰਚਾ ਘਟੇਗਾ, ਮੁਨਾਫਾ ਆਪਣੇ ਆਪ ਉਹ ਆਪੇ ਹੋਏਗਾ ਜੀ। ਬਹੁਤ ਕੰਮ ਦੀ ਗੱਲ ਹੈ ਜੀ। ਅੱਛਾ ਜੀ, ਕੁੱਲ ਮਿਲਾ ਕੇ ਆਪਾਂ ਝਾੜ ਕਿਸ ਤਰ੍ਹਾਂ ਵੱਧ ਲੈ ਸਕਦੇ ਹਾਂ? ਬਿਲਕੁਲ ਇਹ ਆਪਣਾ ਸਾਰਿਆਂ ਦਾ ਇੱਕੋ ਮੰਤਵ ਹੈਗਾ ਕਿ ਕਿਸਾਨ ਦਾ ਝਾੜ ਵਧੇ ਕਿਸੇ ਤਰ੍ਹਾਂ। ਕੋਈ ਵੀ ਫਸਲ ਹੋਵੇ, ਮੱਕੀ ਦੀ ਫਸਲ ਦਾ ਵੀ ਸਾਡਾ ਇਹੀ ਹੁੰਦਾ ਕੋਈ ਵੀ ਹੋਵੇ, ਫਸਲ ਦਾ ਝਾੜ ਵਧਾਉਣਾ ਹੈ। ਵੈਸੇ ਤਾਂ ਜਿਹੜੀ ਆਪਾਂ ਸਾਰੀਆਂ ਗੱਲਾਂ ਕਰਦੇ ਪਏ ਆ ਕਿਸਮ ਦੀ ਚੋਣ ਤੋਂ ਲੈ ਕੇ ਸਾਰੇ ਇਹ ਝਾੜ ਵਧਾਉਣ ਵਾਸਤੇ ਹੀ ਆਪਾਂ ਕਰ ਰਹੇ ਹਾਂ, ਲੇਕਿਨ ਫਿਰ ਵੀ ਇੱਕ ਤੋਂ ਨੁਕਤੇ ਇਹੋ ਜਿਹੇ ਜਿਹੜੇ ਮੈਂ ਖਾਸ ਤੌਰ ਤੇ ਕਿਸਾਨ ਵੀਰਾਂ ਨਾਲ ਸਾਂਝੇ ਕਰਨਾ ਚਾਹੂੰਗਾ। ਜਿਵੇਂ ਪਹਿਲੇ ਗੱਲ ਕੀਤੀ ਹੈ ਕਿ ਬੂਟਿਆਂ ਦੀ ਗਿਣਤੀ, ਇਹਦੇ ਵਾਸਤੇ ਆਪਾਂ ਪਹਿਲੀ ਗੱਲ ਹੈ ਕਿ ਬੀਜ ਦੀ ਸਹੀ ਮਾਤਰਾ ਵਰਤੀਏ, ਜਿਵੇਂ ਆਪਾਂ ਪਹਿਲੇ ਗੱਲ ਕੀਤੀ ਹੈ। ਫਿਰ ਦੂਜਾ ਕੰਮ ਆ ਜਾਂਦਾ ਕਿ ਬਿਜਾਈ ਦਾ ਢੰਗ ਬਹੁਤ ਇਹਦੇ 'ਚ ਮਹੱਤਵਪੂਰਨ ਹੈਗਾ ਕਿ ਜੇ ਬਿਜਾਈ ਦਾ ਢੰਗ ਆਪਾਂ ਸਹੀ ਨਹੀਂ ਵਰਤਿਆ ਤਾਂ ਆਪਣੀ ਖੇਤ 'ਚ ਝਾੜ ਉਹਨਾਂ ਆਪਾਂ ਨੂੰ ਨਹੀਂ ਮਿਲਣਾ। ਢੰਗ ਦੀ ਗੱਲ ਕਰਾਂ, ਇਹਦੇ 2-3 ਤਰੀਕੇ ਨੇ ਬਿਜਾਈ ਕਰਨ ਦੇ। ਜਿਵੇਂ ਆਪਾਂ ਅਗੇਤਰੀ ਬਿਜਾਈ ਕਰਨੀ ਹੈ, ਅੱਜ ਕੱਲ੍ਹ ਬਿਜਾਈ ਕਰਨੀ ਹੈ, ਜਿਵੇਂ ਸੁੱਕਾ ਮੌਸਮ ਚੱਲ ਰਿਹਾ ਤਾਂ ਆਪਾਂ ਸਿੱਧੀ ਪੱਧਰੀ ਬਿਜਾਈ ਕਰ ਸਕਦੇ ਹਾਂ, ਕੋਈ ਦਿੱਕਤ ਨਹੀਂ। ਡਰਿਲ ਲਾਓ ਅਤੇ ਡਰਿਲ ਨਾਲ ਬਿਜਾਈ ਕਰ ਲਓ। ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਨੂੰ ਚਲੇ ਗਏ, ਬਾਰਿਸ਼ਾਂ ਸ਼ੁਰੂ ਹੋ ਗਈਆਂ, ਫਿਰ ਅਸੀਂ ਕਹਿੰਦੇ ਹਾਂ ਕਿ ਵੀ ਤੁਸੀਂ ਬਿਜਾਈ ਜਿਹੜੀ ਕਿਸਾਨ ਵੀਰੋ ਕਰਨੀ ਹੈ ਉਹ ਜਾਂ ਤਾਂ ਬੈੱਡ ਤੇ ਕਰੋ ਜਾਂ ਫਿਰ ਵੱਟਾ ਬਣਾ ਕੇ ਕਰੋ। ਅੱਛਾ। ਨਹੀਂ ਤਾਂ ਕੀ ਹੁੰਦਾ ਕਿ ਜਦੋਂ ਮੀਂਹ ਪੈ ਗਿਆ, ਬੂਟਾ ਛੋਟਾ ਹੈਗਾ, ਪਾਣੀ ਭਰ ਗਿਆ ਤਾਂ ਉਹਦੇ ਨਾਲ ਬੂਟੇ ਮਰ ਜਾਂਦੇ ਹੈ, ਜਾਂ ਜੇ ਉੱਗਿਆ ਨਹੀਂ, ਅਜੇ ਬੂਟਾ ਬਾਹਰ ਨਿਕਲਿਆ ਹੀ ਨਹੀਂ ਤਾਂ ਉਹਦੀ ਜਰਮੀਨੇਸ਼ਨ ਜਿਹਨੂੰ ਫੁਟਾਰਾ ਕਹਿੰਦੇ ਉਹ ਘਟ ਜਾਂਦਾ। ਜਿੰਨੇ ਬੂਟੇ ਮਰ ਗਏ, ਫੁਟਾਰਾ ਜਿੰਨਾ ਘਟ ਗਿਆ ਉਹਨਾਂ ਝਾੜ ਘਟੇਗਾ। ਸੋ ਬਿਜਾਈ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਕਿ ਜਿਹੜਾ ਢੰਗ ਵਰਤਣਾ ਜਾਂ ਤਾਂ ਬੈੱਡਾਂ ਦੇ ਕਰੀਏ, ਤੇ ਜਿਹੜਾ ਫਾਸਲਾ ਰੱਖਣਾ ਬੈੱਡਾਂ ਦਾ, ਇਹ ਹੋਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਬੂਟਿਆਂ ਦੀ ਗਿਣਤੀ ਆਪਾਂ ਕਿਵੇਂ ਆਪਾਂ ਮਿਹਨਤ ਕਰਦੇ ਹਾਂ ਵੀ ਕਿੰਨੀ ਗਿਣਤੀ ਹੋਊਗੀ ਪੂਰੀ ਸਾਡੀ। 2 ਫੁੱਟ ਤੇ ਆਪਾਂ ਫਾਸਲਾ ਰੱਖਣਾ ਲਾਈਨ ਤੋਂ ਲਾਈਨ ਦਾ, ਯਾਨੀ ਕਿ ਇੱਕ ਬੱਟ ਤੋਂ ਦੂਜੇ ਬੱਟ ਦਾ ਫਾਸਲਾ 2 ਫੁੱਟ 60 ਸੈਂਟੀਮੀਟਰ, ਯਾਨੀ ਕਿ ਠੀਕ ਹੈ। ਤੇ ਬੂਟੇ ਤੇ ਬੂਟੇ ਦਾ ਫਾਸਲਾ ਜਿਹੜਾ ਰੱਖਣਾ ਆਪਾਂ 20 ਸੈਂਟੀਮੀਟਰ ਰੱਖਣਾ। ਜਦੋਂ ਆਪਾਂ 2 ਫੁੱਟ ਤੇ 20 ਸੈਂਟੀਮੀਟਰ ਦਾ ਫਾਸਲਾ ਰੱਖਾਂਗੇ ਤਾਂ ਆਪਣੇ ਬੂਟਿਆਂ ਦੀ ਗਿਣਤੀ ਆਪਣੇ ਖੇਤ ਦੇ ਵਿੱਚ ਪੂਰੀ ਹੋਊਗੀ ਤੇ ਉਹਦੇ ਨਾਲ ਆਪਾਂ ਨੂੰ ਝਾੜ ਵੀ ਚੰਗਾ ਮਿਲੂਗਾ। ਦੂਜੀ ਗੱਲ ਜਿਹੜੀ ਮੈਂ ਸਾਂਝ ਪਾਉਣ ਲੱਗਿਆ ਤੁਹਾਡੇ ਨਾਲ ਖੇਤੀ ਝਾੜ ਵਧਾਉਣ ਵਾਸਤੇ, ਸਾਉਣੀ ਦਾ ਮੌਸਮ ਹੈ, ਆਪਾਂ ਸਾਰੇ ਜਾਣਦੇ ਆ, ਮੀਂਹ ਪੈਣੇ ਹੀ ਪੈਣੇ ਹੈਗੇ। ਜਦੋਂ ਇਹੋ ਜਿਹੀ ਸਿਚੁਏਸ਼ਨ ਹੈ ਕਿ ਤਾਂ ਨਦੀਨਾਂ ਨੇ ਆਉਣਾ ਹੈ। ਨਦੀਨ ਜਿਹੜੇ ਹੈਗੇ, ਜਦੋਂ ਜਿੰਨੇ ਆਪਾਂ ਖੁਰਾਕੀ ਤੱਤ ਪਾ ਲਏ, ਭਾਵੇਂ ਰੂੜੀ ਦੀ ਖਾਦ ਪਾ ਲਈ, ਦੂਜੀਆਂ ਖਾਦਾਂ ਪਾ ਲਈਆਂ, ਇਹਨਾਂ ਦੀ ਇੱਕ ਖਾਸ, ਇਹਨਾਂ ਦੀ ਕੁਦਰਤ ਵੱਲੋਂ ਇਹਨਾਂ ਨੂੰ ਨੇਮਤ ਹੈਗੀ ਹੈ ਕਿ ਵੀ ਇਹ ਫਸਲ ਨਾਲੋਂ ਵੱਧ ਖੁਰਾਕ ਲੈ ਜਾਂਦੇ ਆ। ਜੀ। ਜਦੋਂ ਤੁਸੀਂ ਖਾਦ ਪਾਈ ਨਹੀਂ ਤੇ ਨਦੀਨ ਵੱਧ ਤੁਰ ਪੈਣੇ ਆ, ਤੁਹਾਡੇ ਮੱਕੀ ਪਿੱਛੇ ਰਹਿ ਜਾਣੀ, ਵਿੱਚ ਹੀ ਰਹਿ ਜਾਣੀ ਆ। ਜੇ ਆਪਾਂ ਜੀ ਮਤਲਬ ਇਹ ਆ ਕਿ ਨੁਕਤੇ ਜਿਹੜੇ ਆ ਉਹਨਾਂ ਤੇ ਸਾਨੂੰ ਚੱਲਣਾ ਪੈਣਾ। ਇਹਦੇ ਵਿੱਚ ਹੁਣ ਨਦੀਨਾਂ ਦੀ ਰੋਕਥਾਮ ਦੀ ਮੈਂ ਥੋੜੀ ਸਾਂਝ ਪਾ ਲੈਣਾ ਤੁਹਾਡੇ ਨਾਲ ਜੀ। ਤੇ ਇਹਦੇ ਵਿੱਚ 2 ਤਰੀਕੇ ਨੇ। ਆਪਾਂ ਰਵਾਂ ਦੀ ਇੱਕ ਲਾਈਨ ਲਾ ਦਈਏ, 2 ਲਾਈਨਾਂ ਦੇ ਵਿਚਾਲੇ ਉਹਨੂੰ ਬਾਅਦ ਵਿੱਚ ਵੱਢ ਲਈਏ, ਜਾਂ ਫਿਰ ਦਵਾਈਆਂ ਨਾਲ ਆਪਾਂ ਇਹਨਾਂ ਦੇ ਕੰਟਰੋਲ ਕਰ ਸਕਦੇ ਆ। ਤੇ ਜਿੰਨਾ ਆਪਾਂ ਛੇਤੀ ਨਦੀਨਾਂ ਦਾ ਕੰਟਰੋਲ ਕਰ ਲਾਂਗੇ ਉਹਨਾਂ ਨੂੰ ਆਪਾਂ ਝਾੜ ਵਧਾ ਮੁਨਾਫਾ ਮਿਲੇਗਾ। ਤੇ ਸੂਬੇਦਾਰ ਸਾਹਿਬ ਜੀ, ਉਹ ਆਪਣਾ ਮੌਸਮ ਵਾਲੇ ਮਹਿਕਮੇ ਵਾਲਿਆਂ ਨੇ ਮੌਸਮ ਦੀ ਰਿਪੋਰਟ ਘੱਲੀ ਆ ਵੀ ਚੰਡੀਗੜ੍ਹ ਵੱਧ ਤੋਂ ਵੱਧ ਤਾਪਮਾਨ 31.6 ਡਿਗਰੀ ਸੈਲਸੀਅਸ ਰਿਹਾ ਆ ਤੇ ਘੱਟ ਤੋਂ ਘੱਟ 23.8। ਅੰਮ੍ਰਿਤਸਰ 33.2 ਰਿਹਾ ਵੱਧ ਤੋਂ ਵੱਧ ਤੇ 24.5 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਲੁਧਿਆਣੇ 33.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਰਿਹਾ, ਘੱਟ ਤੋਂ ਘੱਟ 23.8 ਡਿਗਰੀ ਸੈਲਸੀਅਸ। ਪਟਿਆਲੇ 31.6 ਤੇ 24.3 ਡਿਗਰੀ ਸੈਲਸੀਅਸ। ਬਠਿੰਡਾ 36.2 ਵੱਧ ਤੋਂ ਵੱਧ, ਘੱਟ ਤੋਂ ਘੱਟ 25.6 ਡਿਗਰੀ ਸੈਲਸੀਅਸ। ਗੁਰਦਾਸਪੁਰ 31.7 ਡਿਗਰੀ ਸੈਲਸੀਅਸ ਰਿਹਾ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਰਿਹਾ ਜੀ 20.2 ਡਿਗਰੀ ਸੈਲਸੀਅਸ। ਤੇ ਇੱਕ ਇਹਨਾਂ ਨੇ ਖਾਸ ਰਿਪੋਰਟ ਘੱਲੀ ਆ ਕਿ ਆਉਣ ਵਾਲੇ 96 ਘੰਟਿਆਂ 'ਚ ਆਪਣੇ ਸੂਬੇ ਦੇ ਕਿਤੇ ਕਿਤੇ ਹਿੱਸੇ 'ਚ ਨਾ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈ ਸਕਦੀ। ਬਿਲਕੁਲ, ਇਹ ਤੇ ਹੁਣ ਲਾਹੇਵੰਦ ਹੈ ਆਪਾਂ ਨੂੰ। ਬਿਲਕੁਲ ਜੀ। ਹੁਣ ਜਿਹੜਾ ਸਮਾਂ ਚੱਲ ਰਿਹਾ, ਬਿਜਾਈ ਦਾ ਸਮਾਂ ਹੈ, ਬਾਰਿਸ਼ ਪੈ ਜੇ, ਖੇਤ ਚੰਗੇ ਤਿਆਰ ਹੋ ਜਾਣਗੇ ਤੇ ਆਪਾਂ ਉਹਦਾ ਫਾਇਦਾ ਲੈ ਸਕਦੇ ਜੀ। ਤੇ ਗੱਲ ਇਹ ਆ ਜੀ, ਕਿਸਾਨ ਵੀਰੋ ਤੇ ਭੈਣੋ, ਸਾਨੂੰ ਇਸ ਪਤੇ ਤੇ ਤੁਸੀਂ ਜਾਣਕਾਰੀ ਵੀ ਦੇ ਸਕਦੇ ਆ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ 144001 ਤੇ ਸਾਡਾ ਈਮੇਲ ਹੈ ddpunjabijalandhar@gmail.com। ਤੇ ਹੁਣ ਦਿਓ ਜੀ ਇਜਾਜ਼ਤ। ਜੈ ਹਿੰਦ।